ਕੱਲ ਕੇ ਪਰਸੋਂ ਦੀ ਗੱਲ ਹੈ ਜਦੋਂ ਐਮਰਜੈਂਸੀ ਅਲਰਟ ਵੀ ਆ ਗਿਆ ਸੀਗਾ ਸਾਡੇ ਫੋਨਸ ਦੇ ਉੱਤੇ ਕਿ ਕੋਈ ਵੀ ਬੰਦਾ ਜਿਹੜਾ ਟਰੈਵਲ ਕਰਕੇ ਆਇਆ ਹੈ ਉਹਨੂੰ ਆਈਸੋਲੇਸ਼ਨ ਰੱਖਣਾ ਹੀ ਰੱਖਣਾ ਹੈ ਜੀ ਬਿਲਕੁਲ। ਸੋ ਵੀ ਹੈਵ ਟੂ ਗੋ ਥਰੂ ਦੈਟ, ਉਹ ਹੋਏਗਾ ਤਦ ਹੀ ਫਾਇਦਾ ਹੋਏਗਾ। ਇੱਕ ਹੋਰ ਜਿਹੜੀ ਗੱਲ ਸਮਝ ਆਉਂਦੀ ਹੈ ਕਿ ਜਿਵੇਂ ਕੋਈ ਜਿਹੜੇ ਹੁਣ ਜਿਵੇਂ ਸਟੂਡੈਂਟਸ ਹੈ ਜਾਂ ਜਿਨ੍ਹਾਂ ਦੇ ਕੋਈ ਵਰਕ ਪਰਮਿਟ ਦੇ ਨਾਲ ਸੰਬੰਧੀ ਵੀਜ਼ੇ ਸੀ ਉਹ ਲੱਗ ਚੁੱਕੇ ਆ, ਉਹ ਉਹਨਾਂ ਦੇ ਆਉਣ ਦੀ ਇੱਥੇ ਤੁਕ ਬਣਦੀ ਹੈ। ਜਿਹੜੇ ਵਿਜ਼ਟਰ ਵੀਜ਼ੇ ਆ ਜਿਨ੍ਹਾਂ ਦੇ ਵਿਜ਼ਟਰ ਵੀਜ਼ੇ ਲੱਗੇ ਸੀ ਉਹ ਵੀ ਆ ਸਕਦੇ ਆ ਜਾਂ ਨਹੀਂ ਆ ਸਕਦੇ? ਜੇ ਅਗਰ ਉਹ ਆ ਸਕਦੇ ਆ ਤਾਂ ਉਹਨਾਂ ਨੂੰ ਕਿੰਨਾ ਚੀਜ਼ਾਂ ਦਾ ਸਾਹਮਣਾ ਕਰਨਾ ਪੈਣਾ, ਕਿੰਨਾ ਹਾਲਾਤਾਂ ਦਾ ਸਾਹਮਣਾ ਕਰਨਾ ਪੈਣਾ? ਦੇਖੋ ਵਿਜ਼ਟਰ ਵੀਜ਼ਾ ਲੱਗਾ ਹੈ ਉਹ ਹੁੰਦਾ ਵੈਲਿਡ ਹੁੰਦਾ ਵੇ ਕਾਫੀ ਟਾਈਮ ਲਈ ਜੀ, ਤੇ ਜੇ ਤੇ ਉਹਨਾਂ ਦੀ ਕੋਈ ਬਹੁਤ ਅਰਜੈਂਟ ਜ਼ਰੂਰਤ ਹੈ, ਮੈਂ ਕਹਿੰਦੀ ਆ ਰੱਬ ਨਾ ਕਰੇ ਕੋਈ ਗਮੀ ਦਾ ਟਾਈਮ ਆ ਗਿਆ ਹੈ ਜਾਂ ਕੋਈ ਸ਼ਾਦੀ ਵਿਆਹ ਦੀ ਸਿਚੁਏਸ਼ਨ ਹੈਗੀ ਹੈ ਕਿ ਬਹੁਤ ਹੀ ਅਰਜੈਂਟ ਰੀਸੈਂਟ ਫੈਮਿਲੀ ਮੈਂਬਰ ਜਿਸ ਨੂੰ ਅਸੀਂ ਕਹਿੰਦੇ ਆ, ਜਿਸ ਤਰ੍ਹਾਂ ਡਿਪੈਂਡੈਂਟ ਚਿਲਡਰਨ ਹੋ ਗਏ, ਵਾਈਫ ਹੋ ਗਈ, अपना पेरेंट्स हो गए या वाइफ के पेरेंट्स हो गए, बहुत क्लोज ਜਿਹੜੇ ਫੈਮਿਲੀ ਵਾਲੇ ਹੁੰਦੇ ਨੇ ਉਹਨਾਂ ਲੋਕਾਂ ਨੂੰ ਜਸਟ ਐਮਰਜੈਂਸੀ ਪਰਪਸਸ ਲਈ ਅਲਾਉਡ ਹੈ ਕਿਉਂਕਿ ਉਹ ਟਰੈਵਲ ਐਗਜ਼ੈਂਪਸ਼ਨ ਚ ਨਹੀਂ ਆ ਰਹੇ। ਠੀਕ ਹੈ ਨਾ, ਮਤਲਬ ਉਹਨਾਂ ਨੂੰ ਜਿਹੜੇ ਬਹੁਤ ਜ਼ਿਆਦਾ ਜਿਹੜੇ ਕਲੋਜ਼ ਹੈ ਜਾਂ ਬਹੁਤ ਜ਼ਿਆਦਾ ਨੀਅਰ ਡੀਅਰ ਕਹਿ ਲਓ ਉਹਨਾਂ ਨੂੰ ਆਉਣ ਦੀ ਜਿਹੜੀ ਆਗਿਆ ਹੈ ਬਿਲਕੁਲ ਉਹਨਾਂ ਨੂੰ ਵਾਸਤੇ ਅਲਾਉਡ ਹੈਗਾ ਵੇ। ਲੇਕਿਨ ਇਸ ਤੋਂ ਇਲਾਵਾ ਜੇ ਕੋਈ ਆਉਣਾ ਚਾਹ ਰਿਹਾ ਹੈ ਤਾਂ ਉਹਨਾਂ ਵਾਸਤੇ ਟਾਈਮ ਇਹ ਲਗਾਇਆ ਕਿ ਜੇ ਕੋਈ ਬਹੁਤ ਐਮਰਜੈਂਸੀ ਜਿਸ ਤਰ੍ਹਾਂ ਕਹਿੰਦੇ ਨੇ ਉਹ ਹੋਏਗੀ ਔਰ ਉਹਦੇ ਵਾਸਤੇ ਵੀ ਨੂੰ ਐਮਰਜੈਂਸੀ ਦੱਸਣੀ ਪਏਗੀ ਔਰ ਉਹਦੇ ਵਾਸਤੇ ਕੌਂਸੂਲੇਟ ਦੀ ਜਾਂ ਕਿਸੇ ਨਾ ਕਿਸੇ ਗਵਰਨਮੈਂਟ ਅਫੀਸ਼ੀਅਲ ਦੀ ਤੁਹਾਨੂੰ ਲੈਟਰ ਤੁਹਾਨੂੰ ਨਾਲ ਦਿਖਾਣੀ ਪਏਗੀ। ਕੋਈ ਮੈਡੀਕਲ ਸਿਚੁਏਸ਼ਨ ਹੋ ਜਾਏ ਜਾਂ ਕੋਈ ਹੋਰ ਸਿਚੁਏਸ਼ਨ ਹੋ ਜਾਏ ਤੁਹਾਨੂੰ ਉਹ ਚੀਜ਼ ਦਿਖਾਣੀ ਪਏਗੀ। ਫਿਰ ਇੱਕ ਹੋਰ ਜ਼ੇਨ ਦੇ ਵਿੱਚ ਸਵਾਲ ਇਹ ਆ ਰਿਹਾ ਕਿ ਮੰਨ ਲਓ ਕਿ ਜਦੋਂ ਦਿੱਲੀ ਤੋਂ ਜਾਂ ਕਿ ਭਾਰਤ ਦੇ ਕਿਸੇ ਵੀ ਸੂਬੇ ਤੋਂ ਕੋਈ ਨਾ ਕੋਈ ਫਲਾਈਟ ਲੈ ਕੇ ਜਿਹੜੇ ਇੱਥੇ ਆਉਂਦੇ ਆ ਉਹ ਇੱਕ ਵਾਰੀ ਉੱਥੇ ਚੈੱਕਅਪ ਹੋਏਗਾ। ਮੰਨ ਲਓ ਜੇ ਅਗਰ ਉੱਥੇ ਚੈੱਕਅਪ ਦੇ ਵਿੱਚ ਉਹਨਾਂ ਨੂੰ ਇਹ ਵਾਇਰਸ ਨਾਲ ਸੰਬੰਧਿਤ ਜੇ ਕੋਈ ਉਹ ਪੋਜ਼ਿਟਿਵ ਪਾਏ ਜਾਂਦੇ ਆ ਤਾਂ ਸ਼ਾਇਦ ਉਹਨਾਂ ਨੂੰ ਫਲਾਈਟ ਲੈਣ ਦੀ ਆਗਿਆ ਨਾ ਮਿਲੇ। ਨਹੀਂ, ਉਦੋਂ ਨਹੀਂ ਹੋਏਗੀ, ਉਹਨਾਂ ਨੂੰ ਡਿਲੇ ਕੀਤਾ ਜਾਏਗਾ। ਦੂਸਰਾ ਨਾਲ ਦੀ ਨਾਲ ਜੁੜਦਾ ਸਵਾਲ ਇਹ ਹੈ ਕਿ ਜਦੋਂ ਉਹਨਾਂ ਨੇ ਜਿਹੜੇ ਵਾਇਆ ਲੰਡਨ ਜਾਂ ਵਾਇਆ ਕਿਸੇ ਵੀ ਹੋਰ ਕੰਟਰੀ ਦੇ ਵਿੱਚ ਦੀ ਹੋ ਕੇ ਆਉਣਾ ਹੈ ਤਾਂ ਰੱਬ ਨਾ ਕਰੇ ਜੇ ਉਹਨਾਂ ਨੂੰ ਇਹ ਅਲਾਮਤ ਚੁੰਬੜ ਗਈ ਹੈ ਤਾਂ ਉਹ ਕੈਨੇਡਾ ਦੇ ਵਿੱਚ ਐਂਟਰੀ ਕਰ ਗਏ ਆ ਬਾਰਡਰ ਤੇ ਤਾਂ ਉਹਨਾਂ ਨੂੰ ਇੱਥੋਂ ਵਾਪਸ ਭੇਜਿਆ ਜਾਏਗਾ ਕਿ ਉਹਨੂੰ ਪੋਜ਼ਿਟਿਵ ਜੇ ਪਾਏ ਜਾਂਦੇ ਆ ਤਾਂ ਕਿ ਉਹਨਾਂ ਨੂੰ ਇੱਥੇ ਉਹ ਟ੍ਰੀਟਮੈਂਟ ਦਿੱਤਾ ਜਾਏਗਾ? ਨਹੀਂ, ਜੇ ਤੇ ਉਹ ਇੱਕ ਤੁਹਾਨੂੰ ਦੱਸਿਆ ਨਾ 3 ਕੈਟਾਗਰੀਜ਼ ਨੇ, ਸਟੂਡੈਂਟ, ਵਰਕ ਪਰਮਿਟ ਜਾਂ ਪੀਆਰ ਵਾਲੇ। ਜੇ ਉਹ ਲੋਕ ਆ ਰਹੇ ਨੇ ਔਰ ਉਹਨਾਂ ਵਾਸਤੇ ਉਹ ਜੋ ਉੱਥੇ ਆ ਗਏ ਨੇ ਤਾਂ ਉਹਨਾਂ ਨੂੰ ਗਵਰਨਮੈਂਟ ਹੈਲਪ ਕਰੇਗੀ ਫਿਰ। ਠੀਕ ਹੈ, ਹਾਂ, ਉਹਦੇ 'ਚ ਕੋਈ ਦਿੱਕਤ ਨਹੀਂ ਆਏਗੀ ਕਿਉਂਕਿ ਦੇਖੋ ਤਿੰਨਾਂ ਵਾਸਤੇ ਟਰੈਵਲ ਇੰਸ਼ੋਰੈਂਸ ਹਰ ਕਿਸੇ ਕੋਲ ਹੁੰਦੀ ਹੈ ਜੀ। ਠੀਕ ਹੈ ਨਾ, ਪੀਆਰ ਤੇ ਆਲਰੇਡੀ ਲੈਂਡਡ ਹੈ ਤਾਂ ਉਹਨੂੰ ਤਾਂ ਹੈਲਪ ਅਵੇਲੇਬਲ ਹੀ ਹੈ। ਸਟੱਡੀ ਔਰ ਵਰਕ ਲਈ ਤਾਂ ਟਰੈਵਲ ਇੰਸ਼ੋਰੈਂਸ ਹੁੰਦੀ ਜੀ। ਮੇਘਨਾ ਜੀ, ਅਫਵਾਹਾਂ ਇਹ ਫੈਲਦੀ, ਦੇਖੋ ਸਵਾਲ ਇਹ ਪੁੱਛਿਆ, ਅਫਵਾਹਾਂ ਇਹ ਫੈਲਦੀਆਂ ਕਿ ਜਦੋਂ ਜੇ ਕੋਈ ਕਿਸੇ ਨੂੰ ਕੋਈ ਜੇ ਪੋਜ਼ਿਟਿਵ ਪਾਇਆ ਜਾਂਦਾ ਹੈ ਤਾਂ ਉਹਨੂੰ ਇੱਥੋਂ ਹੀ ਡਿਪੋਰਟ ਕਰ ਦਿੱਤਾ ਜਾਏਗਾ ਜਾਂ ਫਿਰ ਵਾਪਸ ਡਿਪੋਰਟ ਨਹੀਂ ਤਾਂ ਵਾਪਸ ਭੇਜ ਦਿੱਤਾ ਜਾਏਗਾ ਕਿ ਇੱਕ ਤਾਂ ਹੁੰਦਾ ਡਿਪੋਰਟ ਦਾ ਉਹਨਾਂ ਨੇ ਉੱਪਰ ਸਟੈਂਪ ਲਾਤੀ, ਇੱਕ ਵਾਪਸ ਕਰ ਦਿੱਤਾ ਜਾਏਗਾ ਕਿ ਵੀ ਤੁਸੀਂ ਸਾਡੀ ਕੰਟਰੀ ਦੇ ਵਿੱਚ ਨਹੀਂ ਆ ਸਕਦੇ ਕਿਉਂਕਿ ਤੁਸੀਂ ਇਸ ਬਿਮਾਰੀ ਦੇ ਨਾਲ ਗ੍ਰਸਤ ਹੋਏ ਆ। ਪਰ ਜਿਵੇਂ ਤੁਸੀਂ ਦੱਸਿਆ ਕਿ ਇਹ ਸਾਡੀ ਗੌਰਮੈਂਟ ਹੈ ਜਿਹੜੀ ਕੈਨੇਡੀਅਨ ਗੌਰਮੈਂਟ ਹੈ ਉਹ ਇਸ ਚੀਜ਼ ਦੀ ਸ਼ਾਇਦ ਕਿਸੇ ਨਾ ਕਿਸੇ ਹੱਦ ਤੱਕ ਇੱਕ ਇਨਸਾਨੀ ਤੌਰ ਤੇ ਜਾਂ ਇਨਸਾਨੀਅਤ ਦੇ ਤੌਰ ਤੇ ਉਹ ਮਦਦ ਕਰ ਰਹੀ ਹੈ ਕਿ ਤੁਸੀਂ ਸਾਡੀ ਕੰਟਰੀ 'ਚ ਆ ਗਏ ਹੋ, ਆਓ ਪਰ ਟ੍ਰੀਟਮੈਂਟ ਆਪਣਾ ਜ਼ਰੂਰ ਕਰਵਾ ਲਓ। ਡੈਫੀਨਿਟਲੀ ਕਰਾਣਾ ਹੀ ਪਏਗਾ, ਉਸ ਤੋਂ ਇਲਾਵਾ ਤਾਂ ਮੁਸ਼ਕਿਲ ਹੈ ਫਿਰ ਤਾਂ। ਇੱਕ ਹੋਰ ਜਿਹੜਾ ਸਵਾਲ ਇਹ ਸੀ ਕਿ ਐਪਲੀਕੇਸ਼ਨਸ ਜਿਨ੍ਹਾਂ ਦੀਆਂ ਐਪਲੀਕੇਸ਼ਨਸ, ਕਿਉਂਕਿ ਪਿਛਲੀ ਵਾਰੀ ਮੈਂ ਤੁਹਾਡੇ ਤੋਂ ਪੁੱਛਿਆ ਸੀ ਔਰ ਉਸ ਤੋਂ ਬਾਅਦ ਕਾਲਸ ਮੈਸੇਜ ਵੀ ਆਏ, ਜਿਨ੍ਹਾਂ ਦੀਆਂ ਐਪਲੀਕੇਸ਼ਨਸ ਲੱਗੀਆਂ ਹੋਈਆਂ ਜਾਂ ਇਨ ਪ੍ਰੋਸੈਸ ਆ ਰਹੀਆਂ ਤਾਂ ਉਹਨਾਂ ਤੇ ਇਹ ਜਿਹੜਾ ਇਮੀਗ੍ਰੇਸ਼ਨ ਸੰਬੰਧੀ ਕੋਈ ਜਿਹੜੇ ਕਾਨੂੰਨ ਨੇ ਜਾਂ ਇਸ ਸੰਬੰਧੀ ਜਿਹੜੇ ਡਿਪਾਰਟਮੈਂਟਸ ਨੇ ਉਹਦੇ ਨਾਲ ਰਿਲੇਟਡ ਕੋਈ ਅਪਡੇਟ ਹੈ ਤੁਹਾਡੇ ਕੋਲ ਕਿ ਉਹ ਕੀ ਕਰ ਸਕਦੇ ਆ ਕਿ ਇਨ ਪ੍ਰੋਸੈਸ ਕਿੰਨਾ ਟਾਈਮ ਹੋਰ ਚੱਲੇਗਾ? ਦੇਖੋ ਵੈਸੇ ਤਾਂ ਪ੍ਰੋਸੈਸਿੰਗ ਟਾਈਮ ਇਹਨਾਂ ਦਾ ਜਿਹੜਾ ਨਾਰਮਲ, ਜੇ ਤੁਸੀਂ ਇਹਦੀ IRCC ਵੈਬਸਾਈਟ ਤੇ ਜਾ ਕੇ ਦੇਖੋ ਤਾਂ ਸਾਡੇ ਕੋਲ ਪ੍ਰੋਸੈਸਿੰਗ ਟਾਈਮ ਦੇ ਉੱਪਰ ਆ ਰਿਹਾ ਹੈ ਕਿ ਹਰ ਐਪਲੀਕੇਸ਼ਨ ਨੂੰ ਕਿੰਨਾ ਟਾਈਮ ਲੱਗਦਾ ਹੈ ਜੀ। ਲੇਕਿਨ ਅੱਜ ਦੀ ਡੇਟ 'ਚ ਪ੍ਰੋਸੈਸਿੰਗ ਸਲੋ ਹੈ। ਰੀਜ਼ਨ ਆਫਿਸਿਸ ਬੰਦ ਨੇ, ਠੀਕ ਹੈ, ਗਵਰਨਮੈਂਟ ਆਫਿਸ ਸਾਰੇ ਬੰਦ ਨੇ, ਇਮੀਗ੍ਰੇਸ਼ਨ ਦੇ ਹੋਣ ਜਾਂ ਕਿਸੇ ਦੇ ਵੀ ਹੋਣ, ਮਿਊਨਿਸਪੈਲਿਟੀ ਦੇ ਹੋਣ, ਹਰ ਤਰ੍ਹਾਂ ਦੇ ਆਫਿਸਿਸ ਬੰਦ ਨੇ ਜੀ। ਜਿਹਦੇ ਚੱਕਰ 'ਚ ਕੀ ਹਰ ਚੀਜ਼ ਹੋ ਰਹੀ ਹੈ ਆਨਲਾਈਨ, ਜਿਹਨੂੰ ਅਸੀਂ ਵਰਕ ਫਰਮ ਹੋਮ ਕਹਿੰਦੇ, ਪਰ ਇਹਨਾਂ ਦਾ ਆਨਲਾਈਨ ਐਪਲੀਕੇਸ਼ਨਸ ਚੱਲ ਰਹੀਆਂ ਨੇ ਬਿਕਾਜ਼ ਦੇ ਆਰ ਦ ਰੀਸੈਂਟ ਪੀਪਲ, ਦੇ ਹੈਵ ਟੂ ਬੀ ਓਵਰ ਦੇਅਰ। ਠੀਕ ਹੈ ਨਾ, ਉਹਦੇ ਵਿੱਚ ਕੀ ਹੁੰਦਾ ਵੇ ਕਿ ਜਿਸ ਤਰ੍ਹਾਂ ਹੁਣ ਤੁਸੀਂ ਨੋਟਿਸ ਕੀਤਾ ਹੋਇਆ ਕਿ ਇਹਨਾਂ ਦੇ ਡਰਾਜ਼ ਵੀ ਨਿਕਲ ਰਹੇ ਨੇ, ਠੀਕ ਹੈ ਨਾ। ਹੁਣ ਪ੍ਰੋਸੈਸਿੰਗ ਟਾਈਮ ਦੇ ਵਿੱਚ ਵੀ ਜਸਟ ਹੈਵ ਟੂ ਵੇਟ, ਸਾਨੂੰ ਵੇਟ ਕਰਨਾ ਪਏਗਾ ਔਰ ਰਿਸਪੌਂਸ ਸਾਡੇ ਕੋਲ ਆ ਜਾਏਗਾ। ਹਾਂ, ਸਲੋ ਜ਼ਰੂਰ ਹੋਏਗਾ। ਉਹਦਾ ਰੀਜ਼ਨ ਕਈ ਲੋਕਾਂ ਨੇ, ਕਲਾਇੰਟਸ ਵੀ ਆਉਂਦੇ ਨੇ, ਪੁੱਛਦੇ ਨੇ ਕਿ ਜੀ ਹਲੇ ਰਿਸਪੌਂਸ ਨਹੀਂ ਆਇਆ। ਅਸੀਂ ਇਹ ਚੀਜ਼ ਦੇਖੀ ਕਿ ਇਸ ਵਕਤ ਉਹਨਾਂ ਦੀ ਜਿਹੜੀ ਪ੍ਰਾਇੋਰਟੀ ਹੈ ਇਮੀਗ੍ਰੇਸ਼ਨ ਲਈ ਇਤਨੀ ਅਰਜੈਂਟ ਨਹੀਂ ਹੈ ਕਿਉਂਕਿ ਜਿਨ੍ਹਾਂ ਦੀ ਪ੍ਰਾਇੋਰਟੀ ਟਰੈਵਲ ਤੋਂ ਰਿਲੇਟਡ ਹੈਗੀ ਹੈ ਉਹਨਾਂ ਦੀ ਜ਼ਿਆਦਾ
ਕੈਟਾਗਰੀ ਪਹਿਲੇ ਇੰਪੋਰਟੈਂਟ ਜੀ। ਹੈ। ਹੁਣ ਕਈ ਲੋਕ ਸੀਗੇ, ਹੁਣ ਡਿਫਰੈਂਟ ਜਗ੍ਹਾ ਸ਼ਹਿਰਾਂ 'ਚ ਆਪਣਾ ਕੰਟਰੀਜ਼ ਦੇ ਵਿੱਚ ਉਹ ਲੋਕ ਫਸੇ ਹੋਏ ਸੀਗੇ, ਉਹਨਾਂ ਲੋਕਾਂ ਨੂੰ ਵੀ ਕੈਨੇਡੀਅਨਸ ਉਹਨਾਂ ਨੇ ਵਾਪਸ ਲੈ ਕੇ ਆਏ ਨੇ। ਹੁਣ ਕਈ ਕੈਨੇਡੀਅਨਸ ਇਹੋ ਜਿਹੇ ਨੇ ਜਿਹੜੇ ਨੇ ਆਪਣਾ ਇੰਡੀਆ ਇੱਥੋਂ ਦੀ ਵੈਬਸਾਈਟ ਤੋਂ ਜਾ ਕੇ ਸਾਨੂੰ ਉਹਨਾਂ ਨੂੰ ਰਜਿਸਟਰ ਕਰਨਾ ਪੈਂਦਾ, ਜਿਹੜੇ ਜਿਸ ਤਰ੍ਹਾਂ ਇੰਡੀਆ ਵਿੱਚ ਹੈਗੇ ਨੇ ਜੀ, ਉਹਨਾਂ ਨੂੰ ਰਜਿਸਟਰ ਕਰਨਾ ਪੈਂਦਾ ਅਸੀਂ ਇੱਥੇ ਹੈਗੇ ਆ, ਠੀਕ ਹੈ ਨਾ। ਉਹਨਾਂ ਨੂੰ ਜ਼ਰੂਰਤ ਪੈਂਦੀ ਹੈ ਤੇ ਕੈਨੇਡੀਅਨ ਗਵਰਨਮੈਂਟ ਜਿਹੜੀ ਹੈ ਕੌਂਸੂਲੇਟ ਜਿਸ ਆਉਂਦਾ ਉਹ ਉਹਨਾਂ ਦਾ ਖਿਆਲ ਰੱਖਦੇ ਨੇ ਪਹਿਲੇ, ਠੀਕ ਹੈ ਨਾ। ਸੋ ਉਹਦੇ ਰਿਲੇਟਡ ਸਾਡੀ ਐਪਲੀਕੇਸ਼ਨ ਉਹਦੇ ਹਿਸਾਬ ਨਾਲ ਸਾਰਾ ਕੰਮ ਚੱਲੇਗਾ ਫਿਰ ਤਾਂ। ਤੇ ਇੱਕ ਜਿਹੜਾ ਸਵਾਲ ਹੋਰ ਆ ਰਿਹਾ ਜ਼ਿਹਨ 'ਚ ਕਿ ਅਗਰ ਜਿਹੜੇ ਵਿਜ਼ਟਰ ਇੱਥੇ ਆਏ ਹੋਏ ਸੀ ਜਾਂ ਵਿਜ਼ਟਰ ਵੀਜ਼ੇ ਦੇ ਇੱਥੇ ਪਹੁੰਚੇ ਹੋਏ ਸੀ, ਉਹਨਾਂ ਦਾ ਵੀਜ਼ਾ ਅਗਰ ਐਕਸਪਾਇਰ ਹੋ ਚੁੱਕਿਆ ਜਾਂ ਹੋਣ ਦੇ ਕਿਨਾਰੇ ਤੇ ਆ, ਕਿਉਂਕਿ ਹੁਣ ਜਿਹੜੇ ਵਿਜ਼ਟਰ ਇੱਥੇ ਆਉਂਦੇ ਨੇ ਬਹੁਤ ਸਾਰਾ ਕੁਝ ਇੱਥੇ ਚੱਲਦਾ ਕਿ ਥੋੜਾ ਬਹੁਤਾ ਆਪਣਾ ਦੇਖਦੇ ਨੇ ਰੁਜ਼ਗਾਰ ਵੀ ਚੱਲ ਸਕੇ ਜਾਂ ਕੋਈ ਕੰਮ ਧੰਦਾ ਕਰ ਸਕਣ, ਪਰ ਉਹ ਹੁਣ ਇੰਨੀ ਦਿਨੀ ਤਾਂ ਸਭ ਕੁਝ ਠੱਪ ਹੋ ਗਿਆ, ਸਭ ਕੁਝ ਬੰਦ ਹੈ। ਉਹ ਆਪਣੇ ਆਪਣੇ ਜਿੱਥੇ ਵੀ ਰਹਿ ਰਹੇ ਸੀ ਉੱਥੇ ਰਹਿ ਰਹੇ ਆ, ਕਈ ਵਾਰੀ ਖਰਚੇ ਵੀ ਨਹੀਂ ਪੂਰੇ ਹੋ ਰਹੇ ਤੇ ਲੇਕਿਨ ਉਹ ਅਗਰ ਐਕਸਪਾਇਰ ਹੋ ਗਿਆ ਵੀਜ਼ਾ ਤਾਂ ਜਾਂ ਹੋਣ ਦੇ ਕਿਨਾਰੇ ਤੇ ਹੈ ਤਾਂ ਉਹ ਕੀ ਕਰਨ? ਦੇਖੋ ਤੇ ਦੋ ਆਪਸ਼ਨਸ ਹੁੰਦੀਆਂ ਨੇ ਉਹਦੇ ਵਿੱਚ। ਕਿਸ ਤਰ੍ਹਾਂ ਹੈ ਕਿ ਇਹਨਾਂ ਲੋਕਾਂ ਨੇ ਇਮੀਗ੍ਰੇਸ਼ਨ ਨੇ ਕੀ ਕੀਤਾ ਹੈ ਕਿ ਵਿਜ਼ਿਟਰ ਵੀਜ਼ੇ ਵਾਲੇ ਹੈਗੇ ਨੇ ਜੀ, ਉਹਨਾਂ ਦਾ ਜੇ ਤੇ ਹਲੇ ਐਕਸਪਾਇਰ ਹੋ ਰਿਹਾ ਤੇ ਉਹ ਵਿਜ਼ਿਟਰ ਵੀਜ਼ਾ ਦੀ ਐਕਸਟੈਂਸ਼ਨ ਹਲੇ ਅਪਲਾਈ ਕਰ ਸਕਦੇ ਨੇ, ਠੀਕ ਹੈ ਨਾ। ਹੁਣ ਕਈਆਂ ਦਾ ਐਕਸਪਾਇਰ ਹੋ ਗਿਆ ਹੈ ਔਰ ਉਹਨੇ ਨਹੀਂ ਕੀਤਾ, 90 ਦਿਨ ਦੇ ਅੰਦਰ ਹੈਗੇ ਨੇ, ਉਹ ਤਦ ਵੀ ਅਪਲਾਈ ਕਰ ਸਕਦੇ, ਐਕਸਟੈਂਸ਼ਨ ਲੈ ਸਕਦੇ ਆ ਵਿਜ਼ਿਟਰ ਵੀਜ਼ਾ ਦੀ। ਹੁਣ ਕਹਿੰਦੇ ਕਿ 90 ਦਿਨ ਵੀ ਪੂਰੇ ਹੋ ਗਏ, ਮੈਂ ਕਹਿੰਦੀ ਕਿਸੇ ਗੱਲ ਨਹੀਂ ਕਰ ਪਾਏ ਹਲੇ ਵੀ, ਤਦ ਵੀ ਉਹਨਾਂ ਨੂੰ ਕਹਿ ਰਹੇ ਨੇ ਕਿ ਤੁਸੀਂ ਇੱਥੇ ਅਪਲਾਈ ਕਰਕੇ ਲੀਗਲ ਸਟੇਟਸ ਮਿਲ ਜਾਏਗਾ, ਵਿਜ਼ਿਟਰ ਰੈਕੋਰਡ ਮਿਲ ਜਾਏਗਾ, ਠੀਕ ਹੈ, ਉਹ ਹੋ ਜਾਂਦਾ ਹੈ, ਤੁਸੀਂ ਰਹਿ ਸਕਦੇ ਹੋ, ਠੀਕ ਹੈ, ਕਿਉਂਕਿ ਬਾਰਡਰਸ ਬੰਦ ਨੇ, ਜਾ ਨਹੀਂ ਸਕਦੇ, ਠੀਕ ਹੈ ਨਾ। ਤੇ ਉਸ ਚੱਕਰ 'ਚ ਕੀ ਹੈ ਕਿ ਜੇ ਤਾਂ ਤੁਸੀਂ ਜਾ ਸਕਦੇ ਹੋ ਤਾਂ ਠੀਕ ਹੈ, ਨਹੀਂ ਜਾ ਸਕਦੇ ਹੋ ਤਾਂ ਕੋਈ ਗੱਲ ਨਹੀਂ ਹੈ, ਤੁਸੀਂ ਇੱਥੇ ਰੁਕੋ, ਵਿਜ਼ਿਟਰ ਰਿਕਾਰਡ ਤੇ ਰਹੋ। ਜਦੋਂ ਸਭ ਕੁਝ ਖਤਮ ਹੋ ਜਾਏ, ਲਾਕਡਾਊਨ ਬੰਦ ਹੋ ਜਾਏ, ਸਭ ਕੁਝ ਨਾਰਮਲ ਹੋ ਜਾਏ, ਤਦ ਉਹ ਆਪਣੇ ਨੈਕਸਟ ਪ੍ਰੋਸੈਸ ਦੇ ਉੱਪਰ ਜਾ ਸਕਦੇ ਨੇ, ਚਾਹੇ ਉਹਨਾਂ ਨੇ PR ਲਗਾਉਣੀ ਹੈ ਜਾਂ ਚਾਹੇ ਕੰਟਰੀ ਤੋਂ ਵਾਪਸ ਜਾਣਾ ਹੈ ਜਾਂ ਵਰਕ ਪਰਮਿਟ ਲਗਵਾਉਣਾ ਹੈ, ਠੀਕ ਹੈ ਨਾ। ਤੇ ਉਹਨਾਂ ਲਈ ਫਿਰ ਜਿਹੜਾ ਜਿਵੇਂ ਤੁਸੀਂ ਕਿਹਾ ਵੀ ਜਿਨ੍ਹਾਂ ਤੇ 90 ਦਿਨ ਤੋਂ ਵੀ ਉੱਪਰ ਦਾ ਟਾਈਮ ਲੰਘ ਚੁੱਕਿਆ, ਜਾਂ ਹੁਣ ਜੇ ਬਹੁਤ ਸਾਰੇ ਭੈਣ ਭਰਾ ਸਾਡਾ ਪ੍ਰੋਗਰਾਮ ਦੇਖ ਵੀ ਰਹੇ ਆ, ਅਗਰ ਜਿਹਨੂੰ ਇਹ ਜਾਣਕਾਰੀ ਨਹੀਂ ਮਿਲ ਰਹੀ, ਕਿਉਂਕਿ ਅਸੀਂ ਵੀ ਦੇਖਦੇ ਹਾਂ ਕਿ ਸਾਡੇ ਬਹੁਤ ਸਾਰੇ ਜਿਹੜੇ ਵਿਜ਼ਟਰਸ ਨੇ ਉਹ ਪਿੰਡਾਂ ਤੋਂ ਆਉਂਦੇ ਆ ਜਾਂ ਜਿਨ੍ਹਾਂ ਕੋਲ ਐਜੂਕੇਸ਼ਨ ਦਾ ਜਾਂ ਕਈ ਵਾਰੀ ਭਾਸ਼ਾ ਦਾ ਕਰਕੇ ਵੀ ਉਹ ਸੋਰਸ ਜਿਹੜੇ ਨਹੀਂ ਮਿਲਦੇ ਉਹਨਾਂ ਨੂੰ ਪ੍ਰਾਪਤ ਨਹੀਂ ਹੁੰਦੇ ਤਾਂ ਕਿ ਉਹ ਸਮਝ ਸਕਣ। ਤਾਂ ਜੇ ਅਗਰ ਉਹਨਾਂ ਕੋਲ ਇਹ ਜਾਣਕਾਰੀ ਨਹੀਂ ਪਹੁੰਚਦੀ ਔਰ ਉਹਨਾਂ ਦਾ ਵੀਜ਼ਾ ਵੀ ਐਕਸਪਾਇਰ ਹੋ ਚੁੱਕਿਆ ਔਰ ਉਸ ਤੋਂ ਬਾਅਦ ਜਿਹੜੇ 90 ਦਿਨ ਸੀ ਉਹ ਵੀ ਐਕਸਪਾਇਰ ਹੋ ਚੁੱਕੇ ਆ, ਤਾਂ ਫਿਰ ਵੀ ਗਵਰਨਮੈਂਟ ਕੋਈ ਨਾ ਕੋਈ ਉਹਨਾਂ ਦੇ ਲਈ ਹੀਲਾ ਕੁਝ ਕਰੂਗੀ। ਬਿਲਕੁਲ, ਉਹਨਾਂ ਨੂੰ ਕਹਿ ਰਹੇ ਕਿ ਤੁਸੀਂ ਵਿਜ਼ਿਟਰ ਰਿਕਾਰਡ ਵਾਸਤੇ ਅਸੀਂ ਅਪਲਾਈ ਕਰ ਸਕਦੇ ਹਾਂ। ਉਹਦੇ ਨਾਲ ਕੀ ਹੁੰਦਾ ਕਿ ਵਿਜ਼ਿਟਰ ਰਿਕਾਰਡ ਦੇ ਉੱਤੇ ਉਹਨਾਂ ਨੂੰ ਇੱਕ ਲੀਗਲ ਸਟੇਟਸ ਮਿਲ ਜਾਏਗਾ, ਠੀਕ ਹੈ, ਦੇਖੋ ਇਲੀਗਲ ਨਹੀਂ ਰਹਿਣਗੇ ਫਿਰ ਉਹ, ਤੇ ਉਹਦੇ ਸਟੇਟਸ ਪਰ ਵਿਜ਼ਿਟਰ ਹੀ ਰਹੇਗਾ, ਸਟੇਟਸ ਵਿਜ਼ਿਟਰ ਕਿਸੇ ਚੇਂਜ ਤਾਂ ਕੀਤਾ ਨਹੀਂ ਕਰ ਸਕਦੇ। ਹਾਂ, ਜੇ ਕੋਈ ਸਿਨੈਰੀਓ ਹੋ ਰਿਹਾ ਕਿ ਤੁਸੀਂ ਚੇਂਜ ਕਰਵਾਉਣਾ ਚਾਹਦੇ ਤੁਸੀਂ ਉਹਦੀ ਵੀ ਐਪਲੀਕੇਸ਼ਨ ਲਗਾ ਸਕਦੇ ਹੋ। ਸੋ ਇੱਕ ਹੋਰ ਜਿਹੜਾ ਸਵਾਲ ਬੜਾ ਅਹਿਮ ਹੈ ਕਿ ਇੰਨੀ ਦਿਨੀ ਜਿਹੜੇ ਸਾਡੇ ਟਰੱਕਾਂ ਵਾਲੇ ਵੀਰ ਆ ਉਹ ਜਿਵੇਂ ਬਾਰਡਰ ਟੂ ਬਾਰਡਰ ਜਾਂਦੇ ਆ, ਚਾਹੇ ਉਹ ਅਮਰੀਕਾ ਦੀ ਗੱਲ ਕਰਦੇ ਆ ਆਪਾਂ, ਸੋ ਉਹ ਡਿਲੀਵਰੀ ਵਗੈਰਾ ਲੈ ਕੇ ਆਉਂਦੇ ਆ ਜਾਂ ਜਾਂਦੇ ਵੀ ਆ, ਤਾਂ ਉਹ ਜਿਹੜਾ ਹੁਣ ਕੋਈ ਅਮਰੀਕਾ ਨੇ ਕੋਈ ਇਸ ਤਰ੍ਹਾਂ ਦਾ ਕਾਨੂੰਨ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਉਹਨਾਂ ਤੇ ਆਉਣ ਜਾਣ ਤੇ ਕੋਈ ਰੋਕ ਜਾਂ ਕੋਈ ਬਹੁਤ ਜ਼ਿਆਦਾ ਜਿਹੜੀ ਚੈਕਿੰਗ ਜਾਂ ਇਸ ਤਰ੍ਹਾਂ ਦਾ ਕੋਈ ਅਪਡੇਟਸ ਹੈ ਤੁਹਾਡੇ ਕੋਲੇ? ਦੇਖੋ ਅਪਡੇਟਸ ਚੈਕਿੰਗ ਤਾਂ ਹਰ ਪਾਸੇ ਹੋਏਗੀ ਕਿਉਂਕਿ ਉਹਨਾਂ ਨੇ ਹੈਲਥ ਚੈੱਕਅਪ ਤਾਂ ਹਰ ਪਾਸੇ ਕਰਨਾ ਹੈ, ਲੇਕਿਨ ਇਹ ਜ਼ਰੂਰ ਹੈ ਕਿ ਜਿਹੜੇ ਆਸ-ਪਾਸ ਦੇ ਲੋਕ ਜਿਹੜੇ ਹੋਟਲਸ ਵਗੈਰਾ ਨੇ ਉਹਨਾਂ ਲੋਕਾਂ ਨੇ ਇੱਕ ਕਹਿੰਦੇ ਨਾ ਇਹਨੂੰ ਇਹ ਦਿਸ ਇਜ਼ ਦਾ ਟਾਈਮ ਕਿ ਤੁਸੀਂ ਡੋਨੇਟ ਕਰ ਲਵੋ ਜਾਂ ਕੁਝ ਹੈਲਪ ਕਰ ਦਿਓ, ਕਿਉਂਕਿ ਇਹ ਕਰੋਨਾ ਵਾਇਰਸ ਵਿੱਚ ਪੂਰੀ ਦੁਨੀਆ ਫਸੀ ਹੋਈ ਹੈ, ਇੱਕ ਕੰਟਰੀ ਨਹੀਂ ਹੈ, ਠੀਕ ਹੈ ਨਾ। ਉਹਦੇ ਵਿੱਚ ਕੀ ਹੈ ਕਿ ਬਾਕੀ ਜਿਹੜੇ ਹੋਟਲਸ ਵਾਲੇ ਨੇ ਉਹ ਕਹਿ ਰਹੇ ਨੇ ਕਿ ਠੀਕ ਹੈ ਤੁਸੀਂ ਖਾਣਾ ਪੀਣਾ ਔਰ ਸ਼ਾਵਰ ਵਗੈਰਾ ਜਿਹੜਾ ਹੈ ਜਾਂ ਰਹਿਣੇ ਦਾ ਟਾਈਮ ਹੈ ਤੁਹਾਨੂੰ ਉਸ ਵਾਸਤੇ ਉਹ ਫ੍ਰੀ ਤੁਹਾਨੂੰ ਦੇ ਰਹੇ ਨੇ, ਉਹਨਾਂ ਨੇ ਸਭ ਕੁਝ ਖੋਲਿਆ ਉਹਦੇ, ਲੇਕਿਨ ਯੂ ਕੈਨ ਸਟੇ, ਕਿਉਂਕਿ ਉਹ ਲੋਕ ਕਰਨਗੇ ਤਦ ਹੀ ਸਾਡੀਆਂ ਜਿਸ ਤਰ੍ਹਾਂ ਮੈਡੀਕਲ ਨੀਡਸ ਵਗੈਰਾ ਨੇ ਜੀ ਉਹ ਸਾਡੇ ਸਮਾਨ ਹੋ ਗਏ, ਸਾਡੇ ਗਰੋਸਰੀ ਰਿਲੇਟਡ ਹੋ ਗਏ, ਕੋਈ ਵੀ ਜਿਹੜਾ ਸਾਡਾ ਜ਼ਰੂਰਤ ਦਾ ਸਮਾਨ ਜਿਸ ਨੂੰ ਸਰਕਾਰ ਕਹਿ ਰਹੀ ਹੈ ਕਿ ਤੁਸੀਂ ਆਣੇ ਜਾਣੇ ਦਾ ਕੰਮ ਕਰੋ, ਉਹਦਾ ਸਾਨੂੰ ਚਾਹੀਦਾ ਹੈ ਸਮਾਨ, ਸਟੋਰਾਂ 'ਚ ਖਤਮ ਹੋ ਗਿਆ, ਉਹਦੇ ਵਾਸਤੇ ਸਾਨੂੰ ਟਰੱਕ ਡਰਾਈਵਰਸ ਚਾਹੀਦੇ। ਬਿਲਕੁਲ, ਡਿਲੀਵਰੀਆਂ ਜਿਹੜੀਆਂ ਵੀ ਆ ਰਹੀਆਂ ਜਾ ਰਹੀਆਂ, ਚਾਹੇ ਉਹ ਲੋਕਲ ਲੈਵਲ ਤੇ ਚਾਹੇ ਉਹ ਬਾਰਡਰ ਟੂ ਬਾਰਡਰ ਹੈ, ਤਾਂ ਕਿਉਂਕਿ ਜੇ ਸਮਾਨ ਆਏਗਾ ਜਾਏਗਾ ਨਹੀਂ, ਜ਼ਰੂਰੀ ਨਹੀਂ ਇਕੱਲੇ ਕੈਨੇਡਾ ਦੀ ਗੱਲ ਕਰ ਰਹੇ ਹਾਂ, ਅਮਰੀਕਾ ਦੀ ਵੀ ਗੱਲ ਕਰ ਰਹੇ ਹਾਂ, ਅਮਰੀਕਾ ਤੋਂ ਅੱਗੇ ਕਿੰਨੀਆਂ ਸਟੇਟਸ ਹੈ ਉੱਥੇ ਜਾ ਕੇ ਸਾਰਾ ਫੈਲਦਾ, ਤਾਂ ਇੱਕ ਚੇਨ ਹੈ। ਇਹ ਇਸ ਚੇਨ ਨੂੰ ਲੈ ਕੇ ਕਿਤੇ ਨਾ ਕਿਤੇ ਦੇਖੋ ਅਫਵਾਹਾਂ ਦੀ ਗੱਲ ਕਰ ਰਹੇ ਹਾਂ, ਪਹਿਲਾਂ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਬਾਰਡਰ ਦੀ ਗੱਲ, ਹੁਣ ਵੀ ਇਹ ਬਾਰਡਰ ਤੇ ਕਿ ਵੀ ਉਹ ਬਹੁਤ ਸਾਰੀਆਂ ਅਫਵਾਹਾਂ ਇਹ ਫੈਲਦੀਆਂ ਜਾਂਦੀਆਂ ਕਿ ਵੀ ਉਹ ਜਦੋਂ ਤੁਸੀਂ ਬਾਰਡਰ ਤੇ ਪਹੁੰਚਦੇ ਆ ਤਾਂ ਅਮਰੀਕਨਸ ਜਿਹੜੇ ਹੈਗੇ ਨੇ ਉਹ ਤੁਹਾਨੂੰ ਐਂਟਰ ਨਹੀਂ ਹੋਣ ਦਿੰਦੇ, ਜੇ ਹੋਣ ਦਿੰਦੇ ਆ ਤਾਂ ਬਹੁਤ ਸਾਰੀਆਂ ਚੈਕਿੰਗ ਦਾ ਸਾਹਮਣਾ ਕਰਨਾ ਪੈਂਦਾ ਜਾਂ ਹੋਰ ਇਹੋ ਜਿਹੀਆਂ ਗੱਲਾਂ ਜਿਹੜੀਆਂ ਸਾਹਮਣੇ ਆਉਂਦੀਆਂ।
ਸੋ ਇਸ ਤਰ੍ਹਾਂ ਦਾ ਕੁਝ ਨਹੀਂ ਹੈ। ਨਹੀਂ ਦੇਖੋ, ਅਫਵਾਹਾਂ ਤਾਂ ਤੁਸੀਂ ਵੀ ਜਾਣਦੇ ਹੋ ਕਿ ਅਸੀਂ ਬੈਠੇ ਸੀ, ਤੁਸੀਂ ਮੈਂ ਆਪਸ ਬੈਠੇ ਗੱਲ ਕੀਤੀ, ਅਸੀਂ ਗੱਲ ਕਰ ਲਿੱਤੀ, ਅੱਗੇ ਕਿਸੇ ਹੋਰ ਨੇ ਸੁਣ ਲਿੱਤੀ, ਉਹ ਤਾਂ ਅਫਵਾਹਾਂ ਫੈਲਦੀਆਂ ਜਾਂਦੀਆਂ। ਬੈਟਰ ਇਹੀ ਹੈ ਕਿ ਤੁਸੀਂ ਗਵਰਨਮੈਂਟ ਆਪਣਾ ਵੈਬਸਾਈਟ ਤੋਂ ਜਾ ਕੇ ਜ਼ਰੂਰ ਪਤਾ ਕਰੋ ਕਿ ਕੀ ਸਿਨੈਰੀਓ ਹੋ ਰਿਹਾ। ਜਦ ਤੱਕ ਜੋ ਨਿਊਜ਼ 'ਚ ਨਹੀਂ ਆ ਰਿਹਾ ਜਾਂ ਸਰਕਾਰ ਆਪਣਾ ਗਵਰਨਮੈਂਟ ਦੀ ਵੈਬਸਾਈਟਸ ਤੇ ਨਹੀਂ ਆ ਰਿਹਾ, ਤਦ ਤੱਕ ਉਸ ਦਾ ਫਾਇਦਾ ਨਹੀਂ ਲੈ ਸਕਦੇ ਹੋ। ਅਫਵਾਹਾਂ ਤਾਂ ਅਸੀਂ ਬਦਲ ਚੱਲਦੀਆਂ ਅੱਜ ਕੱਲ੍ਹ WhatsApp ਤੇ ਪਰ ਪੂਰਾ ਹੀ ਨਹੀਂ ਬਿਲਕੁਲ ਸੋਸ਼ਲ ਮੀਡੀਆ ਦੇਖਿਆ ਜਾ, ਇਹ ਜ਼ਰੂਰੀ ਨਹੀਂ ਹੈ ਕਿ ਸੋਸ਼ਲ ਮੀਡੀਆ ਤੇ ਇਕੱਲੀ ਅਫਵਾਹਾਂ ਹੀ ਚੱਲਦੀਆਂ, ਬਹੁਤ ਸਾਰਾ ਚੰਗਾ ਦੇਖਣ ਸੁਣਨ ਨੂੰ ਵੀ ਹੈ, ਲੇਕਿਨ ਇਹ ਸਾਡੇ ਤੇ ਡਿਪੈਂਡ ਕਰਦਾ ਮੈਂ ਉਹਦੇ ਚੋਂ ਕੀ ਚੁਣ ਰਿਹਾ। ਬਿਲਕੁਲ ਉਹਦੇ ਵਿੱਚੋਂ ਦੇਖੋ ਗੁਲਦਸਤਾ ਹੈ, ਉਹਦੇ ਵਿੱਚੋਂ ਤੁਸੀਂ ਕਿਹੜਾ ਤੁਹਾਨੂੰ ਪਸੰਦ ਆ ਉਹ ਤੁਸੀਂ ਚੁੱਕਣਾ। ਬਿਲਕੁਲ ਬਿਲਕੁਲ ਜੀ। ਸੋ ਇਹ ਜਿਹੀ ਅਫਵਾਹਾਂ ਦਾ ਹੀ ਰੋਲ ਹੁੰਦਾ ਕਿ ਜੇ ਤੁਸੀਂ ਅਫਵਾਹਾਂ ਨੂੰ ਚਾਹੁੰਦੇ, ਜਿਵੇਂ ਦੇਖੋ ਬਹੁਤ ਸਾਰੀ ਹੁੰਦਾ ਨਾ ਵੀ, ਜਿਵੇਂ ਆਪਾਂ ਕਹਿੰਦੇ ਆ ਪੰਜਾਬੀ ਦੇ ਵਿੱਚ ਕੁਜਲੀ, ਖੁਜਲੀ ਤੇ ਚੁਗਲੀ। ਜਿੰਨੀ ਚੁਗਲੀ ਕਰੀ ਜਾਓਗੇ ਉਨਾ ਹੀ ਸਵਾਦ ਆਉਂਦਾ, ਤੇ ਖੁਜਲੀ ਵੀ ਉਹੀ ਹੈ। ਜਿੰਨੀ ਦੇਰ ਖੁਜਲੀ ਕਰ ਕਰਕੇ ਬੰਦੇ ਦਾ ਪਿੰਡਾ ਨਹੀਂ ਉੱਚੜ ਜਾਂਦਾ, ਜਾਂ ਇਹ ਕਹਿ ਲਓ ਵੀ ਉਹ ਜਿਵੇਂ ਖੂਨ ਬਲੱਡ ਨਹੀਂ ਆ ਜਾਂਦਾ ਨਾ, ਉਨੀ ਦੇਰ ਬੰਦਾ ਚੁਗਲੀ ਕਰਨੋਂ ਹਟਦਾ ਨਹੀਂ। ਸੋ ਇਹੋ ਜਿਹਾ ਹੀ ਰੋਲ ਕਿਤੇ ਨਾ ਕਿਤੇ ਅਫਵਾਹਾਂ ਦਾ, ਜਿਹਨੂੰ ਸਵਾਦ ਪੈ ਗਿਆ ਅਫਵਾਹਾਂ ਫੈਲਾਉਣ ਦਾ ਜਾਂ ਉਹਨਾਂ ਨੂੰ ਸੁਣਨ ਦਾ, ਉਹ ਇਸ ਤਰ੍ਹਾਂ ਹੀ ਅੱਗੇ ਦੀ ਅੱਗੇ ਵਧਦੀਆਂ ਜਾਂਦੀਆਂ। ਬਿਲਕੁਲ ਬਿਲਕੁਲ ਜਿਸ ਤਰ੍ਹਾਂ। ਸੋ ਅਗਲਾ ਸਵਾਲ ਇਹ ਹੈ ਕਿ ਵੀ ਜਿਹੜੇ ਬੱਚੇ ਸਟੂਡੈਂਟ ਇੱਥੇ ਆਏ ਹੋਏ ਆ, ਜਿਨ੍ਹਾਂ ਦੇ ਸਟੱਡੀ ਜਿਹੜੀ ਹੈ ਪੂਰੀ ਹੋ ਚੁੱਕੀ ਸੀ ਤੇ ਉਹਨਾਂ ਨੇ ਵਰਕ ਪਰਮਿਟ ਦੇ ਲਈ ਅਪਲਾਈ ਕੀਤਾ, ਤਾਂ ਉਹ ਵਰਕ ਪਰਮਿਟ ਦੇ ਆਉਣ ਦੇ ਵਿੱਚ ਕੋਈ ਕਮੀ ਪੇਸ਼ੀ ਆ ਰਹੀ ਜਾਂ ਕੋਈ ਟਾਈਮ ਦਾ ਕੁਝ ਪੀਰੀਅਡ ਵਧਿਆ ਜਾਂ ਕਿ ਨਾਲ ਦੀ ਨਾਲ ਉਹਨਾਂ ਨੂੰ ਮਿਲ ਰਿਹਾ? ਦੇਖੋ, ਐਸ ਪਰ ਦਾ ਪ੍ਰੋਸੈਸਿੰਗ ਟਾਈਮ ਦੇ ਹਿਸਾਬ ਨਾਲ ਤਾਂ 99 ਦਿਨ ਨਹੀਂ, 89 ਡੇਜ਼ ਉਹਨਾਂ ਦਾ ਹੈਗਾ ਹੀ ਹੈ, ਜਿਹੜਾ ਤੁਹਾਡਾ ਆਨਲਾਈਨ ਐਪਲੀਕੇਸ਼ਨ ਦੇ ਹਿਸਾਬ ਨਾਲ ਲਗਾਵੇ। ਲੇਕਿਨ ਹਾਂ, ਥੋੜਾ ਜਿਹਾ ਟਾਈਮ ਉੱਪਰ ਥੱਲੇ ਹੋ ਜਾਂਦਾ ਵੇ, ਕਿਉਂਕਿ ਮੈਂ ਤੁਹਾਨੂੰ ਇਸ ਤਰ੍ਹਾਂ ਕਿਹਾ ਕਿ ਪ੍ਰੋਸੈਸਿੰਗ ਕਾਫੀ ਸਲੋ ਚੱਲ ਰਹੀ ਹੈ ਜੀ। ਔਰ ਇਸ ਦੇ ਇੱਕ ਤੁਹਾਡੀ ਗੱਲ ਬੜੀ ਅੱਛੀ ਤੁਸੀਂ ਕੀਤੀ ਕਿ ਇਸ ਵਕਤ ਜਿਹੜੇ ਵੀ ਲੋਕ ਵਰਕ ਪਰਮਿਟ ਤੇ ਨੇ, ਤੁਸੀਂ ਜਿਹੜਾ ਵਰਕ ਪਰਮਿਟ ਦੀ ਗੱਲ ਕੀਤੀ ਹੈ, ਕਿਉਂਕਿ ਅੱਜ ਵੀ ਜਿਸ ਤਰ੍ਹਾਂ ਮੇਰੇ ਕਲਾਇੰਟਸ ਹੈ ਵੀ ਡਿਟੇਲਸ ਆ ਰਹੀਆਂ ਨੇ, ਜਿਸ ਤਰ੍ਹਾਂ ਆਪਾਂ ਅਸੀਂ ਹੈਗੇ ਕੈਨੇਡਾ ਦੇ ਅੰਦਰ, ਠੀਕ ਹੈ ਨਾ। ਕੈਨੇਡਾ ਦੇ ਵਿੱਚ ਕੀ ਹੈ, ਸਭ ਤੋਂ ਅੱਛੀ ਕੰਟਰੀ ਕਿਉਂ ਕਿਹਾ ਜਾ ਰਿਹਾ ਇਸ ਨੂੰ, ਕਿਉਂਕਿ ਇਸ ਦੇ ਵਿੱਚ ਅੱਜ ਦੀ ਡੇਟ 'ਚ ਸਰਕਾਰ ਪੂਰੀ ਤਰ੍ਹਾਂ ਅੱਗੇ ਆ ਕੇ ਆਮ ਇਨਸਾਨ ਦੀ ਪੂਰੀ ਹੈਲਪ ਕਰ ਰਹੀ ਹੈ, ਠੀਕ ਹੈ ਨਾ। ਇਸੇ ਕਰਕੇ ਜਿਹੜੇ ਲੋਕ ਹੁਣ ਆਪਣਾ ਵਰਕ ਪਰਮਿਟ ਤੇ ਨੇ, ਉਹਨਾਂ ਲੋਕਾਂ ਨੂੰ ਵੀ ਸਰਕਾਰ ਨੇ ਕਹਿਤਾ ਕਿ ਤੁਸੀਂ VEI ਅਪਲਾਈ ਕਰ ਸਕਦੇ ਹੋ, ਠੀਕ ਹੈ ਨਾ। ਹੁਣ ਮੇਰੇ ਕੋਲ ਜਿਸ ਕਲਾਇੰਟਸ ਦੀ ਡਿਟੇਲਸ ਆ ਰਹੀਆਂ ਨੇ, ਉਹਨਾਂ ਨੂੰ ਡਿਟੇਲਸ ਅਸੀਂ ਭੇਜਾਂਗੇ ਕਿ ਹਾਂ ਤੁਸੀਂ ਵਰਕ EI ਵਾਸਤੇ ਅਪਲਾਈ ਕਰੋ, ਤਾਂ ਕਿ ਐਟਲੀਸਟ ਹੁਣ ਅਸੀਂ ਲੋਕ PR ਹਾਂ ਜਾਂ ਸਿਟੀਜ਼ਨਸ ਹਾਂ, ਸਾਨੂੰ ਤਾਂ ਸਹੂਲਤ ਮਿਲ ਗਈ, ਲੇਕਿਨ ਸਰਕਾਰ ਕਹਿ ਰਹੀ ਹੈ ਕਿ ਜਿਹੜੇ ਸਾਡੇ ਲੋਕ ਬਹੁਤ ਜਿਹੜੇ ਇਮੀਗ੍ਰੈਂਟਸ ਸਾਡੇ ਜਿਹੜੇ ਆਏ ਹੋਏ ਨੇ, ਜਿਹੜੀ ਕੈਨੇਡਾ ਕੰਟਰੀ ਇਮੀਗ੍ਰੈਂਟਸ ਦੀ ਹੈ, ਠੀਕ ਹੈ ਨਾ, ਉਹ ਕਹਿੰਦੇ ਨੇ ਕਿ ਤੁਸੀਂ ਜਿਹੜੇ ਆਏ ਹੋਏ ਨੇ ਤੇ ਉਹਨਾਂ ਨੂੰ ਤੇ ਨਾ ਛੱਡੀਏ, ਅਸੀਂ ਉਹਨਾਂ ਨੂੰ ਤੇ ਪ੍ਰੋਪਰ ਹੈਲਪ ਦਈਏ, ਕਿਉਂਕਿ ਉਹਨਾਂ ਦੇ ਥਰੂ ਸਾਡਾ ਕੋਈ ਇਕਨੋਮੀ ਸਾਡੀ ਚੱਲਦੀ ਪਈ ਜੋ ਹੈ, ਉਹਨਾਂ ਲਈ ਤਾਂ ਕੁਝ ਨਾ ਕੁਝ ਕੀਤਾ ਜਾਵੇ। ਬਿਲਕੁਲ ਬਿਲਕੁਲ, ਤੇ ਅਗਲੇ ਤਾਂ ਚਲੇ ਜਾਣਗੇ ਵਾਪਸ, ਫਿਰ ਤਾਂ ਫਾਇਦਾ ਨਹੀਂ ਉਸਦਾ, ਤੇ ਉਹਨਾਂ ਵਾਸਤੇ ਵੀ ਉਹ ਦੇ ਰਹੇ ਨੇ। ਤੁਸੀਂ ਕਿਹਾ ਜੋ ਪ੍ਰੋਸੈਸਿੰਗ ਟਾਈਮ ਹਾਂ ਥੋੜਾ ਸਲੋ ਚੱਲ ਰਿਹਾ ਹੈ, ਲੇਕਿਨ ਜਲਦੀ ਹੀ ਹੋ ਜਾਏਗਾ, ਕਿਉਂਕਿ ਇਹ ਲੋਕ ਹੁਣ ਡਰਾਜ਼ ਵੀ ਨਿਕਲ ਰਹੇ ਨੇ ਹਰ ਤਰ੍ਹਾਂ ਦਾ, ਐਲਬਰਟਾ ਦਾ ਨਿਕਲ ਰਿਹਾ, BC ਦਾ ਨਿਕਲ ਰਿਹਾ, ਮੈਨੀਟੋਬਾ ਦਾ ਨਿਕਲ ਰਿਹਾ, ਹਰ ਪਾਸੋਂ ਇਹਨਾਂ ਦੇ PNP ਵਾਲੇ ਡਰਾਜ਼ ਨਿਕਲ ਰਹੇ ਨੇ ਜੀ। ਉਹਨਾਂ ਲੋਕਾਂ ਨੂੰ ਉਹਨਾਂ ਨੇ ਨਹੀਂ ਰੋਕਿਆ, ਤਾਂ ਇਸ ਕਰਕੇ they can definitely go with that। ਉਹ 'ਚ ਕੋਈ ਦਿੱਕਤ ਹੋਵੇ, ਜਿਵੇਂ ਤੁਹਾਨੂੰ ਮੈਂ ਕਿਹਾ ਅਕੈਡਮਿਕ ਇਮੀਗ੍ਰੇਸ਼ਨ ਨੂੰ ਕਿਸੇ ਵਕਤ ਵੀ ਤੁਹਾਨੂੰ ਹੈਗੀ ਹੈ ਹੈਲਪ ਚਾਹੀਦੀ ਹੈ, ਤੁਸੀਂ ਇੱਕ ਵਾਰ ਆਪਣਾ ਨੰਬਰ ਅਨਾਉਂਸ ਕਰ ਦਿਓ, ਕਿਉਂਕਿ ਬਹੁਤ ਸਾਰੀ ਜਾਣਕਾਰੀ ਕਈ ਵਾਰੀ ਸਾਡੇ ਜਿਹੜੇ ਜਿੰਨੇ ਵੀ ਦਰਸ਼ਕ ਨੇ ਇਹ ਕਈ ਵਾਰੀ ਜਿਹੜਾ ਪ੍ਰੋਗਰਾਮ ਨਹੀਂ ਵੀ ਦੇਖ ਪਾਉਂਦੇ। ਸੋ ਉਸ ਤੋਂ ਬਾਅਦ ਜਿਹੜਾ ਸਾਡਾ ਪ੍ਰੋਗਰਾਮ ਆ ਉਹ ਫੇਸਬੁੱਕ ਤੇ ਪਿਆ ਹੁੰਦਾ, ਤਾਂ ਤੁਹਾਡਾ ਪ੍ਰੋਗਰਾਮ ਦੇਖ ਕੇ ਸੁਣ ਕੇ ਤੁਹਾਨੂੰ ਕਾਲ ਕਰਕੇ ਤੁਹਾਡੇ ਤੋਂ ਜਾਣਕਾਰੀ ਲੈ ਸਕਦੇ। ਡੈਫੀਨਿਟਲੀ ਜੀ। ਮੇਰਾ ਨੰਬਰ ਹੈਗਾ ਜੀ 2898015048। ਮੈਂ ਦੁਬਾਰਾ ਬੋਲ ਰਹੀ ਹਾਂ 2898015048। ਤੁਸੀਂ ਇਸ ਤੇ ਮੈਨੂੰ ਕਾਲ ਕਰ ਸਕਦੇ ਹੋ, ਕਿਉਂਕਿ ਇਸ ਤੇ ਕਾਲ ਆਏਗੀ ਕਿਉਂਕਿ ਮੈਂ ਚਾਹੇ ਆਫਿਸ ਨਹੀਂ ਬੈਠੀ ਹਾਂ, ਲੇਕਿਨ ਇਹ ਕਾਲ ਜਿਹੜੀਆਂ ਨੇ ਸਿੱਧੇ ਮੇਰੇ ਸੈੱਲ ਤੇ ਉੱਪਰ ਡਾਇਰੈਕਟ ਹੁੰਦੀਆਂ ਨੇ ਆਫਿਸ ਤੋਂ, ਤੇ ਐਟਲੀਸਟ ਮੇਰਾ ਦੀ ਹੈਲਪ ਕਰ ਸਕਦੇ ਹੋ ਉਹਦੇ ਬੇਸਿਸ ਤੇ। ਸੋ ਇੱਕ ਗੱਲ ਜਿਹੜੀ ਹੋਰ ਤੁਹਾਡੇ ਇਸ ਤੋਂ ਜੋੜਨੀ ਚਾਹਣਾ ਕਿ ਮਾਨਯੋਗ ਜਸਟਿਨ ਟਰੂਡੋ ਉਹਨਾਂ ਨੇ ਇਹ ਵੀ ਅਨਾਉਂਸ ਕੀਤਾ ਕਿ ਜਿਨ੍ਹਾਂ ਦਾ ਕੋਈ ਐਲੀਜੀਬਿਲਟੀ ਨਹੀਂ ਬਣਦੀ EI ਦੇ ਲਈ ਜਾਂ ਐਮਰਜੈਂਸੀ ਜਿਹੜੇ ਰਿਲੀਫ ਫੰਡ ਜਿਹੜੇ ਭੇਜੇ ਨੇ ਜਾਂ ਚਲਾਏ ਨੇ, ਜਿਹਦੇ ਵਿੱਚ ਕੋਈ ਵੀ ਕਿਸੇ ਦੀ ਕੋਈ ਐਲੀਜੀਬਿਲਟੀ ਨਹੀਂ ਵੀ ਬਣ ਰਹੀ ਨਾ, ਤਾਂ ਉਹਨਾਂ ਲਈ ਵੀ ਕੋਈ ਨਾ ਕੋਈ ਅਸੀਂ ਪੈਕੇਜ ਜਿਹੜੇ ਅਸੀਂ ਜਲਦੀ ਅਨਾਉਂਸ ਕਰਨ ਜਾ ਰਹੇ ਹਾਂ। ਬੇਸ਼ੱਕ ਕੋਈ ਚਾਹੇ ਉਹ 1 ਮਹੀਨਾ ਪਹਿਲਾਂ ਸਟੂਡੈਂਟ ਆਇਆ ਸੀ ਤੇ ਚਾਹੇ ਉਹ ਕੋਈ ਹੁਣੇ ਵਰਕ ਪਰਮਿਟ ਤੇ ਆਇਆ ਤੇ ਉਹਨੇ 5000 ਵਾਲਾ ਜਿਹੜੀ ਉਹ ਸ਼ਰਤ ਹੈ ਕਿ $5000 ਦਾ ਕੰਮ ਕੀਤਾ ਚਾਹੇ ਨਹੀਂ ਕੀਤਾ, ਟੈਕਸ ਭਰਿਆ ਜਾਂ ਨਹੀਂ ਭਰਿਆ, ਉਹਨਾਂ ਲਈ ਵੀ ਉਹ ਕੁਛ ਨਾ ਕੁਛ ਜਿਹੜਾ ਜਲਦੀ ਤੇ ਵਧੀਆ ਕਦਮ ਕੋ ਚੁੱਕਣ ਜਾ ਰਹੇ ਆ। ਬਹੁਤ ਅੱਛੀ ਗੱਲ ਹੈ, ਪਰ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਵਿਦਿਆਰਥੀਆਂ ਦੇ ਲਈ। ਮੈਂ ਖੁਸ਼ੀ ਦੀ ਗੱਲ ਇਸ ਲਈ ਕਰਕੇ ਕਰ ਰਿਹਾ
ਕਿਉਂਕਿ ਜਿੱਥੇ ਕਰੋਨਾ ਵਾਇਰਸ ਦਾ ਇਹ ਜਿਹੜਾ ਐਡਾ ਵੱਡਾ ਕਹਿ ਲਓ ਕਿ ਵੀ ਵਿਸ਼ਾਲ ਘੇਰਾ ਪਸਰਿਆ ਹੋਇਆ, ਅਸੀਂ ਸਾਰੇ ਦੇ ਸਾਰੇ ਇਹ ਕਹਿ ਲਓ ਵੀ ਸਾਡੇ ਜਿਹੜੀ ਹੈ ਮੁਸਕਾਨ ਸਮਾਈਲ ਹੈ ਕਿਤੇ ਜਾਂਦੀ ਲੱਗੀ, ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਫਾਈਨੈਂਸ਼ਲੀ ਕਿਸੇ ਦੀ ਸਪੋਰਟ ਹੋ ਜਾਣੀ ਜਾਂ ਰੋਟੀ ਪਾਣੀ ਤੁਹਾਡਾ ਤੁਰਿਆ ਜਾਂਦਾ ਹੈ, ਤਾਂ ਉਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਉਹ ਖੁਸ਼ੀ ਦੀ ਗੱਲ ਹੀ ਹੁੰਦੀ ਹੈ, ਕਿਉਂਕਿ ਡੁੱਬਦੇ ਨੂੰ ਤਿਣਕੇ ਦਾ ਸਹਾਰਾ। ਬਿਲਕੁਲ ਜੀ। ਸੋ ਵਿਦਿਆਰਥੀਆਂ ਦੇ ਨਾਲ ਰਿਲੇਟਡ ਇੱਕ ਸਵਾਲ, ਇੱਕ ਕਾਲ ਲੈ ਲਈ, ਉਸ ਤੋਂ ਬਾਅਦ ਅੱਗੇ ਆਪਾਂ ਚਰਚਾ ਕਰਦੇ ਹਾਂ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਮੇਘਨਾ ਜੀ ਨੂੰ ਕੋਈ ਕੁਐਸਚਨ ਕਰ ਸਕਦਾ? ਬਿਲਕੁਲ ਕਰ ਸਕਦੇ ਹਾਂ ਜੀ। ਜੀ ਕੀ ਸਵਾਲ ਹੈ ਜੀ ਤੁਹਾਡਾ? ਉਹ ਮੇਰਾ ਥੋੜਾ ਇਮੀਗ੍ਰੇਸ਼ਨ ਰਿਲੇਟਡ ਸੀਗਾ। ਬਿਲਕੁਲ ਬਿਲਕੁਲ ਪੁੱਛੋ ਜੀ। ਹਾਂਜੀ ਹਾਂਜੀ, ਤੁਹਾਨੂੰ ਸੁਣ ਰਹੇ ਆ, ਤੁਸੀਂ ਆਪਣਾ ਸਵਾਲ ਰੱਖੋ। ਹੈਲੋ ਮੇਘਨਾ ਜੀ। ਹਾਂਜੀ, ਇੱਕ ਮਿੰਟ ਤੁਸੀਂ ਆਪਣੀ ਹੋਲਡ ਰੱਖਿਓ ਲਾਈਨ। ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ ਜੀ ਤੁਹਾਡਾ? ਹਾਂਜੀ ਮੇਰਾ ਸਵਾਲ ਇਦਾਂ ਹੈ ਕਿ ਜਿੱਦਾਂ ਮੈਂ ਪਹਿਲਾਂ ਮੈਟਰਨਿਟੀ ਤੇ ਸੀਗੀ ਤੇ ਮਤਲਬ ਮੇਰੀ ਮੈਟਰਨਿਟੀ ਅੱਜ 15 ਮਾਰਚ ਨੂੰ ਫਿਨਿਸ਼ ਹੋਈ ਹੈ ਤੇ ਮੈਨੂੰ ਉਹਦਾ ਕੋਈ ਮੇਲ ਵਗੈਰਾ ਕੋਈ ਮੈਨੂੰ ਕੋਈ ਕਨਫਰਮੇਸ਼ਨ ਨਹੀਂ ਦਿੱਤੀ ਕਿ ਤੁਹਾਡੀ ਜਦੋਂ ਮੈਟਰਨਿਟੀ ਫਿਨਿਸ਼ ਹੋਈ ਹੈ ਜੀ। ਤੇ ਮੈਂ ਮਤਲਬ ਜੌਬ ਸਟਾਰਟ ਕਰ ਦਿੱਤੀ ਸੀਗੀ, ਮੇਰੇ 2 ਬੇਟੀਆਂ ਨੇ ਜਿੱਦਾਂ ਮੈਂ ਜੌਬ ਸਟਾਰਟ ਕਰ ਦਿੱਤੀ ਸੀ ਤੇ ਜਸਟ 1 ਵੀਕ ਹੀ ਮੈਂ ਜੌਬ ਤੋਂ ਗਈ ਤੇ ਉਹਦੇ ਬਾਅਦ ਮੈਂ ਸਿੱਕ ਹੋ ਗਈ ਸੀਗੀ। ਅੱਛਾ। ਤੇ ਜਿਹਦੇ ਕਰਕੇ ਮੈਂ ਕੰਮ ਤੇ ਜਾ ਨਹੀਂ ਸਕੀ ਦੁਬਾਰਾ। ਤੇ ਹੁਣ ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਇਸ ਜਿਹੜੀ ਜਿਹੜਾ ਇਹਨਾਂ ਨੇ ਬੈਨੀਫਿਟ ਕੱਢੇ ਆ ਮੈਂ ਉਹਦੇ ਲਈ ਐਲੀਜੀਬਲ ਹੈਗੀ ਹਾਂ ਕਿ ਨਹੀਂ। ਜੀ ਤੁਸੀਂ ਸਾਡਾ ਪ੍ਰੋਗਰਾਮ ਸੁਣਦੇ ਰਹੋ, ਤੁਹਾਨੂੰ ਹੁਣੀ ਇਹਦਾ ਤੁਹਾਡੇ ਸਵਾਲ ਦਾ ਜਵਾਬ ਦਿੰਦੇ ਹਾਂ। ਸ਼ੁਕਰੀਆ। ਓਕੇ ਥੈਂਕ ਯੂ। ਹਾਂਜੀ ਤੁਸੀਂ ਲਾਈਨ ਤੇ ਹੋ, ਤੁਸੀਂ ਆਪਣਾ ਸਵਾਲ ਰੱਖਿਓ ਜੀ। ਮੇਘਨਾ ਜੀ ਤੁਹਾਨੂੰ ਸੁਣ ਰਹੇ ਆ। ਹਾਂਜੀ ਹੈਲੋ। ਹਾਂਜੀ ਹਾਂਜੀ ਮੇਘਨਾ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਘਨਾ ਜੀ ਮੈਂ ਥੋੜਾ ਆਪਣਾ ਬੈਕਗ੍ਰਾਉਂਡ ਦੱਸਦਾ ਕਿ ਮੇਰਾ ਕੁਐਸਚਨ ਇਹ ਸੀਗਾ ਕਿ ਮੈਂ ਕਿਸੇ 9B ਚ ਆਇਆ ਸੀਗਾ ਇੱਥੇ। ਹਾਂਜੀ। ਵਰਕ ਪਰਮਿਟ ਤੇ ਮੈਂ ਉਸ ਕੰਪਨੀ ਨਾਲ 2 ਸਾਲ ਕੰਮ ਕੀਤਾ ਤੇ ਉਹਦੇ ਵਿੱਚ ਮੈਂ ਫਾਈਲ ਲਾਈ ਸੀ। ਹਾਂਜੀ। ਫਾਈਲ ਹਜੇ ਪ੍ਰੋਸੈਸ ਹੀ ਆ, ਮਤਲਬ ਨਵੰਬਰ 18 ਨੂੰ ਲਾਈ ਸੀ ਮੈਂ। ਹਾਂਜੀ। 2018 ਚ ਤੇ ਹਜੇ ਵੀ ਪ੍ਰੋਸੈਸ ਚ ਤੇ ਮੈਨੂੰ PMP ਵੀ ਮਿਲ ਗਈ ਸੀ BC ਦੀ। ਹਾਂਜੀ। ਤੇ ਉਹ ਤੋਂ ਬਾਅਦ ਹੁਣ ਐਕਸਪ੍ਰੈਸ ਐਂਟਰੀ ਲਾਈ ਹੋਈ ਹੈ, ਲੇਕਿਨ ਹੁਣ ਮੈਂ ਉਹ ਪ੍ਰੋਫੈਸ਼ਨ ਚੇਂਜ ਕਰ ਲਿਆ ਵਾ। ਅੱਛਾ ਜੀ। ਮੀਨਵਾਈਲ ਉਹ ਪ੍ਰੋਸੈਸ ਚੱਲ ਤੇ ਉਹਦੇ ਨਾਲ ਕੋਈ ਮੇਰੀ ਫਾਈਲ ਤੇ ਪ੍ਰੋਬਲਮ ਤਾਂ ਨਹੀਂ ਆਊਗੀ? ਜੀ ਦੇਖੋ, ਡਿਪੈਂਡ ਕਰਦਾ, ਜੇ ਤੁਸੀਂ ਇਮੀਗ੍ਰੇਸ਼ਨ ਨੂੰ ਸਾਰੇ ਡਿਟੇਲਸ ਦੱਸ ਰਹੇ ਹੋ ਔਰ ਤੁਹਾਡੀ ਐਪਲੀਕੇਸ਼ਨ ਪ੍ਰੋਸੈਸਿੰਗ 'ਚ ਲੱਗੀ ਹੋਈ ਹੈ, ਤੁਹਾਨੂੰ ਉਹਦੇ ਰਿਜ਼ਲਟ ਦੀ ਵੇਟ ਕਰਨੀ ਪਏਗੀ। ਸੋ ਤੁਸੀਂ BC ਦੇ ਵਿੱਚ ਆਪਣੀ ਫਾਈਲ ਲਗਾ ਦਿੱਤੀ ਸੀ ਔਰ ਨਵੰਬਰ ਦੇ ਵਿੱਚ ਲਗਾਈ ਸੀ? ਹਾਂਜੀ 2018 ਚ ਲਵਾਈ ਸੀ ਤੇ ਉਸ ਤੋਂ ਬਾਅਦ ਹਜੇ ਤੱਕ ਪ੍ਰੋਸੈਸ ਹੀ ਚੱਲ ਰਿਹਾ। ਉਹ ਐਕਸਪ੍ਰੈਸ ਐਂਟਰੀ ਸੀ। ਨਹੀਂ, ਤੁਹਾਨੂੰ ਇਨਵੀਟੇਸ਼ਨ ਆ ਚੁੱਕਾ ਹੈ? ਹਾਂਜੀ, ਇਨਵੀਟੇਸ਼ਨ ਟੂ ਅਪਲਾਈ ਆ ਚੁੱਕਾ ਹੈ ਕਿ ਨਹੀਂ ਹੱਲੇ? ਹਾਂ ਇਨਵੀਟੇਸ਼ਨ ਵੀ ਆ ਗਿਆ ਸੀਗਾ ਤੇ ਫਾਈਲ ਵੀ ਲਾਤੀ ਸੀ। ਅੱਛਾ। ਐਲੀਜੀਬਿਲਟੀ, ਕ੍ਰਿਮੀਨੈਲਿਟੀ ਤੇ ਸਾਰਾ ਕੁਝ ਪਾਸ ਹੋ ਗਿਆ। ਠੀਕ ਹੈ ਜੀ। ਮੈਡੀਕਲ ਐਕਸਪਾਇਰ ਹੋ ਗਿਆ ਸੀਗਾ। ਅੱਛਾ ਜੀ। ਉਹਨਾਂ ਨੂੰ ਕਾਲ ਕੀਤੀ ਸੀ, ਉਹ ਕਹਿੰਦੇ ਸੀ ਵੀ ਤੁਹਾਨੂੰ ਕਾਲ ਸ਼ਾਇਦ ਮੈਡੀਕਲ ਅਗੇਨ ਮੰਗਣਗੇ। ਅੱਛਾ ਜੀ। ਮੇਰਾ ਕੁਐਸਚਨ ਇਹ ਹੈ ਕਿ ਮੈਂ ਹੁਣ ਪ੍ਰੋਫੈਸ਼ਨ ਚੇਂਜ ਕਰ ਲਿਆ, ਮਤਲਬ ਹੁਣ ਥੋੜੀ ਸੈਲਰੀ ਘੱਟ ਚ ਮੈਂ ਕਿਤੇ ਹੋਰ ਕੰਮ ਕਰ ਰਿਹਾ ਹਾਂ। ਅੱਛਾ ਜੀ। ਸੈਟਲਮੈਂਟ ਕਰਦਾ ਸੀਗਾ, ਹੁਣ ਮੈਂ ਡਿਊਟੀ ਦਾ ਕਰਦਾ ਰਾਤ ਨੂੰ ਤੇ ਠੀਕ। ਉਹਦੇ ਨਾਲ ਕੋਈ ਪ੍ਰੋਬਲਮ ਤਾਂ ਨਹੀਂ ਆਊਗੀ ਮੇਰੀ ਫਾਈਲ 'ਚ? ਤੁਸੀਂ ਆਫ ਦੀ ਏਅਰ ਸੁਣ ਲਓ, ਤੁਹਾਡਾ ਸਵਾਲ ਸਾਨੂੰ ਪਹੁੰਚ ਗਿਆ ਤੇ ਡਿਟੇਲ ਦੇ ਵਿੱਚ ਤੁਹਾਨੂੰ ਮੇਘਨਾ ਜੀ ਦੱਸ ਦਿੰਦੇ ਆ। ਬਹੁਤ ਬਹੁਤ ਸ਼ੁਕਰੀਆ। ਓਕੇ ਥੈਂਕ ਯੂ ਜੀ। ਸੋ ਇਹਨਾਂ ਦਾ ਜਿਹੜਾ ਸਵਾਲ ਹੈ ਸ਼ਾਇਦ ਇਹ ਡਿਟੇਲ 'ਚ ਉਹਨਾਂ ਨੇ ਤੁਹਾਨੂੰ ਸਮਝਾਤਾ ਕਿ ਵੱਡੀ ਜਿਹੜੀ ਉਹਨਾਂ ਦੀ ਇਹ ਪ੍ਰੋਬਲਮ ਹੈ ਜਾਂ ਕਨਫਿਊਜ਼ਨ ਬਣੀ ਹੋਈ ਹੈ ਕਿ ਉਹਨਾਂ ਦੇ ਪ੍ਰੋਫੈਸ਼ਨ ਜਾਂ ਉਹਨਾਂ ਨੇ ਕੰਮ ਬਦਲਿਆ ਆਪਣਾ, ਤਾਂ ਉਹਦੇ ਨਾਲ ਕੋਈ ਦਿੱਕਤ ਆਏਗੀ ਉਹਨਾਂ ਦੇ ਜਿਹੜੇ PR ਦੇ ਨਾਲ ਰਿਲੇਟਡ ਜਾਂ ਨਹੀਂ? ਦੇਖੋ, ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ 2 ਸਾਲ ਉਹਨਾਂ ਨੇ ਕੰਮ ਕਰ ਲਿੱਤਾ ਹੋਇਆ ਹੈ, 2 ਸਾਲ ਕੰਮ ਕਰਨੇ ਤੋਂ ਬਾਅਦ ਉਹਨਾਂ ਨੇ ਐਪਲੀਕੇਸ਼ਨ ਲਗਾ ਦਿੱਤੀ ਹੈ, ਇਨਵੀਟੇਸ਼ਨ ਆ ਗਿਆ, ਸਾਰਾ ਕੁਝ ਹੈ, ਦੈਟ ਇਜ਼ ਫਾਈਨ। ਹੁਣ ਉਹਦੀ ਪ੍ਰੋਸੈਸਿੰਗ ਚੱਲ ਰਹੀ ਹੈ। ਸਿਰਫ ਉਹਨਾਂ ਦੀ ਇੱਕੋ ਹੀ ਜਿਹੜਾ ਨੁਕਤਾ ਜਿਹੜਾ ਮੈਨੂੰ ਨਜ਼ਰ ਆ ਰਿਹਾ ਉਹ ਇਹ ਸੀ ਕਿ ਉਹਨਾਂ ਦਾ ਜਿਹੜਾ ਮੈਡੀਕਲ ਹੈ ਉਹ ਐਕਸਪਾਇਰ ਹੋ ਗਿਆ ਸੀ, ਉਹ ਦੁਬਾਰਾ ਉਹਨਾਂ ਨੇ ਉਹ ਤਾਂ ਦੇਖੋ, ਉਹ ਤਾਂ ਇਮੀਗ੍ਰੇਸ਼ਨ ਕਦੇ ਵੀ ਮੰਗ ਸਕਦੇ, ਉਹ 'ਚ ਕੋਈ ਦਿੱਕਤ ਨਹੀਂ ਹੈ। ਜਿਹੜੇ ਪ੍ਰੋਫੈਸ਼ਨ ਜਿਹੜਾ ਉਹਨੇ ਆਪਣਾ ਚੇਂਜ ਕਰ ਲਿੱਤਾ ਹੈ, ਉਹਦੀ ਹੁਣ ਦਿੱਕਤ ਇਤਨੀ ਨਹੀਂ ਆਏਗੀ ਕਿਉਂਕਿ ਉਹਦੀ ਪ੍ਰੋਸੈਸਿੰਗ ਚੱਲ ਰਹੀ ਹੈ ਹੁਣ।
ਠੀਕ ਹੈ। ਔਰ ਜੋ ਇਨਫੋਰਮੇਸ਼ਨ ਇਹਨੇ ਦਿੱਤੀ ਸੀਗੀ ਗਵਰਨਮੈਂਟ ਨੂੰ ਜਦੋਂ ਉਹਨਾਂ ਨੇ ਐਪਲੀਕੇਸ਼ਨ ਲਗਾਈ ਸੀਗੀ, ਉਹਨਾਂ ਨੇ ਦੱਸਿਆ ਕਿ ਮੈਂ ਇਸ ਟਾਈਮ ਤੱਕ ਕੰਮ ਕਰ ਰਿਹਾ ਵਾਂ। ਹੁਣ ਅੱਗੇ ਇਹ ਦੱਸ ਸਕਦੇ ਨੇ ਇਮੀਗ੍ਰੇਸ਼ਨ ਨੂੰ ਕਿ ਹਾਂ ਬਿਕੋਜ਼ ਆਫ ਦਿਸ ਸਿਨੈਰੀਓ ਕਿ ਆਫਿਸ ਐਡਮਿਨ ਹੈ, ਬੰਦ ਹੋ ਗਈ ਹੈ, ਮੈਂ ਹੁਣ ਡਿਫਰੈਂਟ ਜਗ੍ਹਾ ਤੇ ਕੰਮ ਕਰ ਰਿਹਾ ਹੈ, ਉਹ ਦੱਸ ਸਕਦੇ ਨੇ, ਬਟ ਉਹ ਵੇਟ ਵੀ ਕਰ ਸਕਦੇ ਨੇ। ਮਤਲਬ ਜ਼ਰੂਰੀ ਨਹੀਂ ਹੈ ਕਿ ਉਹਨਾਂ ਨੂੰ ਇਨਫੋਰਮ ਕਰਨਾ ਕਿ ਮੈਂ ਆਪਣਾ ਕੰਮ ਬਦਲਿਆ। ਬਿਲਕੁਲ ਬਿਲਕੁਲ, ਕਿਉਂਕਿ ਉਹਨਾਂ ਨੂੰ ਵੇਟ ਕਰਨੀ ਚਾਹੀਦੀ, ਉਡੀਕ ਕਰਨੀ ਚਾਹੀਦੀ ਆਪਣੇ ਜੋ ਵੀ ਪ੍ਰੋਸੈਸ ਚੱਲ ਰਿਹਾ। ਇਹ ਦੋ ਕੇਸਿਸ ਤੁਹਾਡੇ ਗਲਤ ਬੜੇ ਸ਼ਾਇਦ ਦੋ ਕੇਸਿਸ ਨੇ, ਕਿਉਂਕਿ ਇੱਕ ਹੋਰ ਕੋਈ ਇਨਕੁਆਇਰੀ ਕੀ ਆਈ ਸੀ ਇਹਨਾਂ ਦਾ ਕਿ ਐਪਲੀਕੇਸ਼ਨ ਲੱਗ ਚੁੱਕੀ ਹੈ, ਪ੍ਰੋਸੈਸਿੰਗ ਚੱਲ ਰਹੀ ਹੈ। ਬਿਲਕੁਲ। ਇੱਕ ਕਲਾਇੰਟ ਦੀ ਐਪਲੀਕੇਸ਼ਨ ਕੀ ਇਨਕੁਆਇਰੀ ਕੀ ਆਈ ਸੀ ਕਿ ਜੀ ਸਾਡੀ ਆਲਰੇਡੀ ਇੱਥੇ ਅਸੀਂ ਮੈਂ ਪ੍ਰੋਫੈਸ਼ਨ ਚੇਂਜ ਕਰ ਰਿਹਾ ਹਾਂ ਔਰ ਮੈਂ ਐਪਲੀਕੇਸ਼ਨ ਲਗਾਣੀ ਹੈ। ਮੈਂ ਕਿਹਾ ਬਈ ਜੇ ਤਾਂ ਤੇਰੀ ਉਹ ਪ੍ਰੋਫੈਸ਼ਨ ਤੈਨੂੰ ਕੁਆਲੀਫਾਈ ਕਰਦਾ ਹੈ PNP ਲਈ ਫਿਰ ਤਾਂ ਠੀਕ ਹੈ, ਜੇ ਤੁਸੀਂ ਨਹੀਂ ਕੁਆਲੀਫਾਈ ਕਰਦੇ ਫਿਰ ਤੁਸੀਂ ਚੇਂਜ ਕਿਉਂ ਕਰ ਰਹੇ ਹੋ? ਤੇ ਸਾਨੂੰ ਇਸ ਚੀਜ਼ ਦਾ ਬੜਾ ਧਿਆਨ ਰੱਖਣਾ ਪੈਂਦਾ ਸੀ ਕਦੋਂ ਚ ਚੇਂਜ ਕਰਨਾ ਚਾਹ ਰਹੇ ਹੋ ਔਰ ਰੀਜ਼ਨ ਕੀ ਉਹਦਾ ਚੇਂਜ ਹੋਣੇ ਦਾ। ਇਹ ਨੰਬਰ 1। ਨੰਬਰ 2 ਕੀ ਉਹਦਾ ਚੇਂਜ ਕਰਨ ਦਾ ਕੰਮ ਸਾਡੇ ਪ੍ਰੋਸੈਸਿੰਗ ਤੇ ਔਰ ਸਾਡੀ ਇਨਐਡਮਿਸਿਬਿਲਿਟੀ ਦੇ ਤੇ ਕੰਮ ਤੇ ਨਹੀਂ ਆਏਗਾ। ਜੇ ਤੇ ਚੱਲ ਰਿਹਾ ਤਾਂ ਪਰਫੈਕਟਲੀ ਫਾਈਨ ਹੈ, ਤੇ ਫਿਰ ਦਿੱਕਤ ਨਹੀਂ ਆਏਗੀ। ਸੋ ਇੱਕ ਸਾਡੇ ਪਹਿਲਾਂ ਇੱਕ ਭੈਣ ਜੀ ਨੇ ਸਵਾਲ ਪੁੱਛਿਆ ਸੀ ਜਾਂ ਇੱਕ ਕਾਲਰ ਨੇ ਪੁੱਛਿਆ ਸੀ, ਉਹਦੇ ਸੰਬੰਧੀ ਤੁਹਾਡੇ ਕੋਲੇ ਜਾਣਕਾਰੀ ਕੋਈ ਹੈ ਇਸ ਦੇ ਨਾਲ? ਦੇਖੋ ਉਹਦੇ ਲਈ ਮੈਂ ਥੋੜਾ ਜਿਹਾ ਦੱਸ ਸਕਦੀ ਹਾਂ, ਕਿਉਂਕਿ ਜਿਸ ਤਰ੍ਹਾਂ ਹੁਣ ਕਿਉਂਕਿ ਮੈਂ ਵੀ ਖੁਦ ਵੀ ਸੈਲਫ ਏਮਪਲੋਇਡ ਹਾਂ, ਉਹ ਖੁਦ ਵੀ ਜਿਸ ਤਰ੍ਹਾਂ ਵਰਕਿੰਗ ਲੇਡੀ ਹੈ। 14 ਦਿਨ ਤੱਕ ਜੇ ਤੁਹਾਡੇ ਕੋਲ ਹਲੇ ਕੋਈ ਨਹੀਂ ਇਨਕਮ ਆਈ ਹੈ, ਠੀਕ ਹੈ ਨਾ, ਜਿਹਨਾਂ ਨੇ ਮਾਰਚ ਵਿੱਚ ਕੀਤਾ ਸੀਗਾ, ਹਫਤਾ ਕੀਤਾ, ਉਹ ਇਨਕਮ ਖਤਮ ਹੋ ਗਈ, ਉਸ ਵਾਰ 14 ਦਿਨ ਤੱਕ ਕੋਈ ਇਨਕਮ ਨਹੀਂ ਆਈ ਹੈ, ਉਹ EI ਵਾਸਤੇ ਅਪਲਾਈ ਕਰ ਸਕਦੇ ਹਾਂ, ਉਹਦੇ 'ਚ ਕੋਈ ਦਿੱਕਤ ਨਹੀਂ। ਇੱਕ ਜਿਹੜੀ ਹੁਣੇ ਆਪਾਂ ਇਸ ਤੋਂ ਪਹਿਲਾਂ ਸ਼ੇਅਰ ਕੀਤੀ ਸੀ, ਉਹ ਮੈਂ ਦੁਬਾਰਾ ਫਿਰ ਉਹਨਾਂ ਨੂੰ ਦੱਸ ਦਵਾਂ। ਜੇ ਅਗਰ ਤੁਸੀਂ ਭੈਣ ਜੀ ਸਾਡਾ ਪ੍ਰੋਗਰਾਮ ਦੇਖ ਰਹੇ ਆ, ਤੁਸੀਂ ਕਾਲ ਕੀਤੀ ਸੀ ਕਿ ਤੁਸੀਂ ਮੈਟਰਨਿਟੀ ਤੁਹਾਡੀ ਜਿਹੜੀ ਉਹ ਖਤਮ ਹੋ ਚੁੱਕੀ ਆ, ਤੁਸੀਂ ਦੁਬਾਰਾ ਕੰਮ ਸ਼ੁਰੂ ਕਰ ਲਿਆ ਸੀ, ਵੀ ਤੁਸੀਂ ਐਲੀਜੀਬਲ ਹੈ ਜਾਂ ਨਹੀਂ ਹੈ। ਜੇ ਤਾਂ ਦੇਖੋ ਤੁਹਾਡਾ ਕੰਮ ਕਿਸੇ ਇਸ ਬਿਮਾਰੀ ਕਰਕੇ ਜਾਂ ਜੋ ਵੀ ਵਾਇਰਸ ਫੈਲਿਆ ਉਹਦੇ ਕਰਕੇ, ਮਹਾਮਾਰੀ ਕਰਕੇ ਤੁਹਾਡਾ ਕੰਮ ਤੁਹਾਡੇ ਤੋਂ ਚਲਾ ਗਿਆ ਜਾਂ ਤੁਹਾਡੇ ਆਵਰਸ ਘਟ ਗਏ ਆ, ਬੇਸ਼ੱਕ ਕਿਸੇ ਵੀ ਕਿਸਮ ਕਰਕੇ ਹੋਇਆ, ਚਾਹੇ ਬੱਚਿਆਂ ਦੀ ਟੇਕਰ ਕਰਕੇ ਜਾਂ ਕਿਵੇਂ ਵੀ ਹੈ, ਤਾਂ ਤੁਸੀਂ ਐਲੀਜੀਬਲ ਹੋ, ਤੁਸੀਂ ਅਪਲਾਈ ਕਰ ਸਕਦੇ ਆ। ਸਿਰਫ ਸ਼ਰਤ ਇੰਨੀ ਹੈ ਕਿ ਤੁਸੀਂ ਸਭ ਤੋਂ ਪਹਿਲਾਂ ਅਪਲਾਈ ਕਰਨ ਤੋਂ ਪਹਿਲਾਂ ਉਸ ਵੈਬਸਾਈਟ ਤੇ ਜਾ ਕੇ, ਜਿਹੜੇ ਵੀ ਤੁਸੀਂ ਪ੍ਰੋਵਿੰਸ ਦੇ ਵਿੱਚ ਰਹਿ ਰਹੇ ਹੋ, ਆਪਣੀ ਵੈਬਸਾਈਟ ਤੇ ਜਾ ਕੇ ਉਹਦੇ ਡਿਟੇਲ 'ਚ ਪੜ੍ਹ ਲਓ। ਅਗਰ ਕੋਈ ਕਿਸੇ ਕਿਸਮ ਦੀ ਤੁਹਾਨੂੰ ਦਿੱਕਤ ਆ ਰਹੀ ਹੈ ਤਾਂ ਉਹ ਨਾਲ ਦੀ ਨਾਲ ਰਾਬਤਾ ਕਰੋ ਆਪਣੇ ਅਕਾਊਂਟੈਂਟ ਦੇ ਨਾਲ। ਅਕਾਊਂਟੈਂਟ ਤੁਹਾਨੂੰ ਜਿਹੜਾ ਉਹ ਗਾਈਡ ਕਰ ਸਕਦਾ ਕਿ ਤੁਸੀਂ ਅਪਲਾਈ ਕਰੋ ਜਾਂ ਨਾ ਕਰੋ। ਬੇਸ਼ੱਕ ਸਾਡੇ ਵੱਲੋਂ ਸਾਨੂੰ ਲੱਗ ਰਿਹਾ ਜਿਵੇਂ ਜਸਟਿਨ ਟਰੂਡੋ, ਮਾਨਯੋਗ ਟਰੂਡੋ ਉਹਨਾਂ ਨੇ ਇਹ ਅਨਾਉਂਸ ਕੀਤਾ ਹੈ ਕਿ ਅਸੀਂ ਅਗਰ ਕਿਸੇ ਦੀ ਐਲੀਜੀਬਿਲਟੀ ਨਹੀਂ ਵੀ ਬਣਦੀ ਤਾਂ ਅਸੀਂ ਉਹਨਾਂ ਨੂੰ ਵੀ ਇਹ ਸਹਾਇਤਾ ਜ਼ਰੂਰ ਦੇਵਾਂਗੇ, ਤਾਂ ਤੁਸੀਂ ਅਪਲਾਈ ਕਰਨ ਦੇ ਯੋਗ ਹੈ। ਬਲਕਿ ਉਹਨਾਂ ਨੇ ਤਾਂ ਮੈਂ ਕਹਾਂਗੀ ਜੇ ਮੈਟਰਨਿਟੀ ਤਾਂ ਉਹਨਾਂ ਨੂੰ ਬੱਚਿਆਂ ਵਾਸਤੇ ਵੀ, ਜੇ ਓਨਟਾਰੀਓ ਵਿੱਚ ਹੈਗੇ ਨੇ ਤੇ ਉਹਨਾਂ ਨੂੰ ਵੈਸੇ ਵੀ ਹੈਗਾ ਵੇ ਕਿ ਬੱਚਿਆਂ ਵਾਸਤੇ ਐਕਸਟਰਾ ਪੈਸੇ ਵਾਸਤੇ ਵੀ ਉਹ ਅਪਲਾਈ ਕਰ ਸਕਦੇ $200 ਪਰ ਬੱਚੇ ਦੇ ਹਿਸਾਬ ਨਾਲ 0 to 12 ਸਾਲ ਦਾ, 0 ਤੋਂ 12 ਸਾਲ ਦੇ ਉਹ ਵੀ ਅਪਲਾਈ ਕਰ ਸਕਦੇ ਨੇ ਐਕਸਟਰਾ ਪੈਸੇ ਵਾਸਤੇ। ਨੰਬਰ ਦੇ ਮੁਤਾਬਕ ਮੈਨੂੰ ਲੱਗਦਾ ਕਿ ਉਹ ਪ੍ਰੋਵਿੰਸ ਓਨਟਾਰੀਓ ਤੋਂ ਨਹੀਂ ਹੈਗੇ, ਉਹ ਸ਼ਾਇਦ ਅਲਬਰਟਾ ਜਾਂ BC ਤੋਂ ਹੈਗੇ। ਹਾਂ, ਮਤਲਬ ਡਿਪੈਂਡ ਕਰ ਆਪਣੇ ਉਹਦੇ ਪ੍ਰੋਵਿੰਸ ਦੀ ਚੀਜ਼ ਚੈੱਕ ਕਰਕੇ ਦੋ ਫਿਰ ਦੇਖ ਸਕਦੇ ਹੋ, ਉਹਦੇ ਅਕੋਰਡਿੰਗ ਤੁਸੀਂ ਉਹ ਅਪਲਾਈ ਕਰ ਸਕਦੇ। ਬਿਲਕੁਲ। ਸੋ ਹੁਣ ਇੱਕ ਜਿਹੜੀ ਸਭ ਤੋਂ ਅਹਿਮ ਜਿਹੜਾ ਸਾਨੂੰ ਸਵਾਲ ਉਹ ਇਹ ਆਇਆ ਸੀ ਕਿ ਅਗਰ ਜਿਵੇਂ ਹੁਣ ਇਹ ਰਿਸੈਸ਼ਨ ਦਾ ਦੌਰ ਚੱਲ ਰਿਹਾ, ਕਿਉਂਕਿ ਚੱਲੇਗਾ ਵੀ, ਅੱਗੇ ਵੀ ਚੱਲਣਾ, ਤਾਂ ਜਿੰਨੇ ਵੀ ਜਿਹੜੇ ਬੱਚੇ ਚਾਹੇ ਸਟੂਡੈਂਟ ਨੇ, ਚਾਹੇ ਉਹ ਵਰਕ ਪਰਮਿਟ ਤੇ ਆ ਜਾਂ ਵਰਕ ਪਰਮਿਟ ਉਹਨਾਂ ਦਾ ਆਉਣ ਵਾਲਾ ਹੈ, ਉਹ ਸਾਰੇ ਘਬਰਾਏ ਹੋਏ ਨੇ। ਗੱਲ ਉਹਨਾਂ ਦੀ ਨਹੀਂ, ਘਬਰਾਏ ਸਾਰੇ ਹੀ ਨੇ। ਚਾਹੇ ਕੋਈ ਕਿਸੇ ਦਾ ਘਰ ਹੈ, ਉਹ ਮੌਰਗੇਜ ਦੀ ਟੈਨਸ਼ਨ ਲੈ ਰਿਹਾ, ਆਟੋ ਇੰਸ਼ੋਰੈਂਸ ਦੀ ਟੈਨਸ਼ਨ ਲੈ ਰਿਹਾ, ਬਹੁਤ ਸਾਰੇ ਹੋਰ ਵੀ ਇਸ ਤਰ੍ਹਾਂ ਦੇ ਬਿੱਲ ਹੁੰਦੇ ਨੇ। ਗੱਲ ਇਹ ਹੈ ਕਿ ਜਿਹੜੇ ਬੱਚੇ ਸਟੂਡੈਂਟ ਨੇ ਜਾਂ ਜਿਹੜੇ ਵਰਕ ਪਰਮਿਟ ਤੇ ਹੋਣ ਜਾ ਰਹੇ ਸੀ, ਜਿਨ੍ਹਾਂ ਨੇ ਸਟਾਰਟ ਕਰਨਾ ਸੀ, ਉਹਨਾਂ ਲਈ ਕੋਈ ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਕੋਈ ਲਾਂਚ ਹੋਣ ਜਾ ਰਿਹਾ? ਦੇਖੋ, ਸੁਣਨੇ ਵਿੱਚ ਇਹ ਆਇਆ ਹੈ ਔਰ ਜਿਸ ਹਿਸਾਬ ਨਾਲ ਮੈਨੂੰ, ਜਿਸ ਤਰ੍ਹਾਂ ਮੈਂ ਅਟੈਚਮੈਂਟ ਪੜ੍ਹੀ ਵੀ ਸੀ, ਸਾਨੂੰ ਜਿਸ ਤਰ੍ਹਾਂ ਮੇਰਾ ਪਲਾਜ਼ਾ ਹੈ ਜਿੱਥੇ ਸੀ ਮੇਰਾ ਆਫਿਸ ਹੈਗਾ ਵੇ, ਤੇ ਸਾਡੀਆਂ ਡਿਟੇਲਸ ਆਉਂਦੀ ਰਹਿੰਦੀਆਂ ਨੇ, CA ਦੇ ਥਰੂ ਡਿਟੇਲਸ ਆਉਂਦੀਆਂ ਰਹਿੰਦੀਆਂ ਨੇ। ਉਹਦੇ ਵਿੱਚ ਕੀ ਹੈਗਾ ਵੇ ਕਿ ਹਰ ਕੈਟਾਗਰੀ ਦੇ ਅੰਦਰ ਇਹਨਾਂ ਨੇ ਕੋਈ ਨਾ ਕੋਈ ਪਲਾਨ ਜ਼ਰੂਰ ਕੱਢਿਆ ਹੋਇਆ, ਠੀਕ ਹੈ। ਤੇ ਬੈਸਟ ਆਪਸ਼ਨ ਇਹੀ ਹੈ ਕਿ ਵੈਬਸਾਈਟ ਤੇ ਜਾ ਕੇ, CRA ਦੀ ਵੈਬਸਾਈਟ ਤੇ ਜਾ ਕੇ ਜਾਂ ਕੋਵਿਡ ਦੇ ਉੱਪਰ ਲੈ ਕੇ ਜਾਂ ਕਿਸੇ ਵੀ ਆਪਣੀ ਪ੍ਰੋਵਿੰਸ ਦੀ ਵੈਬਸਾਈਟ ਜਾ ਕੇ ਉਹਦੀ ਡਿਟੇਲਸ ਜ਼ਰੂਰ ਪੜੋ। ਔਰ ਬੈਸਟ ਆਪਸ਼ਨ ਮੈਂ ਤੁਹਾਨੂੰ ਦੱਸਾਂ ਕੀ ਕਹਾਂਗੀ ਕਿ ਨਿਊਜ਼ ਬੈਸਟ ਆਪਸ਼ਨ ਹੈ। ਲਗਾਤਾਰ ਸਾਡੇ ਪ੍ਰਾਈਮ ਮਿਨਿਸਟਰ ਦੀ ਨਿਊਜ਼ ਹਮੇਸ਼ਾ ਡੇਲੀ ਆ ਰਹੀ ਹੈ, ਜੋ ਹਰ ਰੋਜ਼ 11:15 ਵਜੇ ਲਾਈਵ ਅਪਡੇਟ ਆਪਣੇ ਸਾਡੇ ਪ੍ਰੀਮੀਅਰਸ ਦੀ ਆ ਰਹੀ ਹੈ, ਹਰ ਕੰਟਰੀ ਦੇ ਉਹਦੇ ਪ੍ਰੀਮੀਅਰਸ ਦੇ ਉੱਪਰ ਆ ਰਹੀ ਹੈ ਜੀ। ਨਿਊਜ਼ ਡੈਫੀਨੇਟਲੀ ਸੁਣੋ, ਤੁਹਾਨੂੰ ਸਭ ਕੁਝ ਪਤਾ ਲੱਗਦਾ ਰਹਿੰਦਾ, ਠੀਕ ਹੈ ਨਾ। ਉਹੀ ਤੁਹਾਡੀ ਗੱਲ ਕਰ, ਅਫਵਾਹਾਂ ਉੱਤੇ ਨਾ ਜਾਓ,
ਠੀਕ ਹੈ, ਪਹਿਲੀ ਗੱਲ ਤਾਂ ਇਹ ਹੋ ਗਈ ਹੈ। ਤੁਸੀਂ ਗਈ ਕਿ ਬੱਚਿਆਂ ਉੱਪਰ ਜਾਂ ਸਿਨੈਰੀਓ, ਹੁਣ ਕੈਨੇਡਾ ਜਿਹੜਾ ਕੰਟਰੀ ਹੈਗੀ ਹੈ ਇਸ ਵਕਤ ਬਹੁਤ ਹੀ ਮੇਨ ਜ਼ਰੂਰਤ ਦੇ ਉੱਪਰ ਆ ਰਹੀ ਹੈ। ਮਾਫ ਕਰਨਾ, ਇੱਕ ਕਾਲ ਲੈ ਲਈ, ਫਿਰ ਉਸ ਤੋਂ ਬਾਅਦ ਆਪਾਂ ਬ੍ਰੇਕ ਦਾ ਵੀ ਸਮਾਂ ਹੋ ਜਾਏ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਜੀ। ਕੀ ਸਵਾਲ ਹੈ ਜੀ ਤੁਹਾਡਾ? मीना जी ने क्वेश्चन करना सीगा। जी जी जरूर जी, ਕੀ ਸਵਾਲ ਹੈ ਜੀ ਤੁਹਾਡਾ? ਸੁਣ ਰਹੇ ਆ ਤੁਹਾਡਾ ਸਵਾਲ, ਦੱਸੋ। हाँ जी, मैं वो पूछना सीगा, मैं जिवें मेरा लास्ट मैं 1 तरीक ਨੂੰ ਕੰਮ ਤੇ ਗਈ ਸੀਗੀ ਤੇ ਵੀ ਹੁਣ ਜਿਹੜੀ ਵੀਕ ਦੇ ਵਿੱਚ ਕਿਤੇ ਤਾਂ 1 ਦਿਨ ਹੁੰਦਾ, ਕਿਤੇ 2 ਦਿਨ ਹੁੰਦਾ ਵਾ ਜੀ। ਤੇ ਮੈਂ 2000 ਲਈ ਹੈਗੀ ਆ ਐਲੀਜੀਬਲ? ਬਿਲਕੁਲ। ਤੁਸੀਂ ਓਨਟਾਰੀਓ 'ਚ ਰਹਿੰਦੇ ਹੋ? ਨਹੀਂ ਜੀ, ਮੈਂ ਸਰੀ ਚ ਰਹਿੰਦੀ ਹਾਂ। ਠੀਕ ਹੈ, ਤੁਸੀਂ ਆਫ ਦੀ ਏਅਰ ਸੁਣ ਲਓ, ਤੁਹਾਡਾ ਸਵਾਲ ਪਹੁੰਚ ਚੁੱਕਿਆ ਹੈ। ਸ਼ੁਕਰੀਆ। ਸੋ ਇਹ ਜਿਹੜਾ ਸਵਾਲ ਮੈਂ ਲਿਖ ਲਿਆ, ਬ੍ਰੇਕ ਤੋਂ ਬਾਅਦ ਆਪਾਂ ਫਿਰ ਬ੍ਰੇਕ ਤੋਂ ਬਾਅਦ ਇਹਨਾਂ ਦੇ ਨਾਲ ਆਪਾਂ ਡੈਫੀਨਿਟਲੀ ਗੱਲ ਕਰਾਂਗੇ, ਜੋ ਵੀ ਤੁਹਾਡਾ ਇਹਦੇ ਬਾਰੇ ਕੋਈ ਨਜ਼ਰੀਆ ਹੋਇਆ ਉਹ ਪੇਸ਼ ਕਰਾਂਗੇ। ਬਿਲਕੁਲ। ਸੋ ਇੱਕ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਜਲਦੀ ਤੁਹਾਡੇ ਰੂਬਰੂ ਹੁੰਨੇ ਆ। ਛੋਟੇ ਜਿਹੇ ਬ੍ਰੇਕ ਤੋਂ ਬਾਅਦ ਜਲਦੀ ਪਰਦੇ ਹਾਂ। ਧੰਨਵਾਦ। ਵਾਸ਼ ਯੋਰ ਹੈਂਡ। ਤੁਸੀਂ ਵੀ ਲੱਭ ਰਹੇ ਹੋ ਪ੍ਰਾਪਰਟੀ ਤਾਂ ਅੱਜ ਹੀ ਸੰਪਰਕ ਕਰੋ ਸੁਨੀਲ ਗਰਗ ਨੂੰ, ਜੋ ਕਿ ਵਿਨੀਪੈਗ ਮੈਨੀਟੋਬਾ ਵਿੱਚ ਬਾਇਰਸ ਤੇ ਸੈਲਰਸ ਨਾਲ ਹਰ ਪ੍ਰਾਈਸ ਪੁਆਇੰਟ ਤੇ ਕਰਦੇ ਨੇ ਕੰਮ। ਚਾਹੇ ਬਾਇਰਸ ਲਈ ਮਲਟੀਪਲ ਆਫਰ ਸਿਚੁਏਸ਼ਨ ਹੋਵੇ ਜਾਂ ਸੈਲਰਸ ਲਈ ਵਧੀਆ ਮੁੱਲ ਤੇ ਗੱਲਬਾਤ ਕਰਨਾ, ਸੁਨੀਲ ਗਰਗ ਪ੍ਰੋਵਾਈਡ ਕਰਵਾਉਂਦੇ ਨੇ ਕਲਾਇੰਟਸ ਨੂੰ ਹਰ ਸਿਚੁਏਸ਼ਨ ਵਿੱਚ ਫਾਇਦੇਮੰਦ ਡੀਲ, ਸਿੰਪਲੀਫਾਈਡ ਪ੍ਰੋਸੈਸ ਐਂਡ ਹੈਸਲ ਫ੍ਰੀ ਐਕਸਪੀਰੀਅੰਸ। ਇਹੀ ਚੀਜ਼ ਬਣਾਉਂਦੀ ਹੈ ਸੁਨੀਲ ਗਰਗ ਨੂੰ ਬਾਕੀਆਂ ਨਾਲੋਂ ਵੱਖ। ਫੁੱਲ MLS ਲਿਸਟਿੰਗਸ, strong online presence, open houses until sold, negotiable commission, property कोई भी होवे, residential building, commercial spaces, hotels, gas stations, motels and many more। अपनी ड्रीम प्रॉपर्टी लैन लई आज ही संपर्क करो सुनील गर्ग नू 2042920177 ते। इंडियन कज़ीन दा स्वाद हुण कैनेडा च? जी हाँ, इंडियन कज़ीन दा स्वाद मिलेगा विनीपेग मैनीटोबा दे सिर्फ ते सिर्फ क्ले ओवन ईस्ट इंडियन रेस्टोरेंट दे विच। वो भी किसी एक जगह नहीं, बल्कि क्ले ओवन ईस्ट इंडियन रेस्टोरेंट सर्व्स यू ऑन 3 locations। For memorable food and exceptional value, you can contact us at, you can also mail us at wash your hands with soap and water for at least 20 seconds. If soap and water are not readily available, use hand sanitizer that contains at least 60% ਬਾਅਦ ਫਿਰ ਤੋਂ ਤੁਹਾਡਾ ਸਵਾਗਤ ਹੈ ਤੇ ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ। ਸੋ ਅਸੀਂ ਹਰ ਰੋਜ਼ ਤੁਹਾਡੇ ਰੂਬਰੂ ਨਵੇਂ ਮਹਿਮਾਨ ਤੇ ਨਵੇਂ ਵਿਸ਼ੇ ਦੇ ਨਾਲ ਹੁੰਨੇ ਆ। ਕਈ ਵਾਰੀ ਵੀ ਜੇ ਅਗਰ ਇੰਨੀ ਦਿਨਾਂ ਦੇ ਵਿੱਚ ਜਿਹੜਾ ਪ੍ਰੋਬਲਮ ਜਿਹੜੀ ਆ ਗੈਸਟ ਦੀ ਵੀ ਸਾਨੂੰ ਆ ਰਹੀ ਹੈ ਤੇ ਕਿਤੇ ਨਾ ਕਿਤੇ ਸਾਨੂੰ ਇਕੱਲਿਆਂ ਨੂੰ ਵੀ ਪੇਸ਼ ਕਰਨਾ ਪੈਂਦਾ ਪ੍ਰੋਗਰਾਮ। ਸੋ ਅਗਰ ਕਿਸੇ ਕਿਸਮ ਦੀ ਫੀਡਬੈਕ ਹੋਵੇ ਜਾਂ ਤੁਹਾਡਾ ਸਵਾਲ ਜਾਂ ਸੁਝਾਅ ਹੋਵੇ ਜਾਂ ਤੁਸੀਂ ਇਸ ਮਾਧਿਅਮ ਦੇ ਜ਼ਰੀਏ ਤੁਸੀਂ ਆਪਣੀ ਕੋਈ ਗੱਲ ਰੱਖਣੀ ਚਾਹੁੰਦੇ ਆ ਤੇ ਜਿਹੜੀ ਕਿ ਕਮਿਊਨਿਟੀ ਦੇ ਲਾਹੇਵੰਦ ਹੋਵੇ, ਉਹ ਵੀ ਤੁਸੀਂ ਰੱਖ ਸਕਦੇ ਆ। ਸੋ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਫੋਨ ਕਾਲ ਲੈ ਲਈਏ, ਉਹ ਹੋਲਡ ਤੇ ਹੈ ਕਾਫੀ ਟਾਈਮ ਤੋਂ, ਤੇ ਉਸ ਤੋਂ ਬਾਅਦ ਅੱਗੇ ਸ਼ੁਰੂ ਕਰਦੇ ਹਾਂ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਕੀ ਸਵਾਲ ਹੈ ਜੀ ਤੁਹਾਡਾ? ਹਾਂਜੀ, ਮੇਰਾ ਇਹ ਸਵਾਲ ਸੀਗਾ ਕਿ ਮੇਰੀ ਮੈਟਰਨਿਟੀ ਮਾਰਚ ਤੇ ਡਨ ਹੋਈ ਆ ਤੇ ਹੁਣ ਮੈਂ ਦੁਬਾਰਾ ਜੌਬ ਤੇ ਜਾ ਨਹੀਂ ਸਕਦੀ ਬੱਚਿਆਂ ਕਰਕੇ, ਕਿ ਮੇਰੀ ਐਕਸਟੈਂਡ ਹੋ ਸਕਦਾ, ਮੈਂ ਅਪਲਾਈ ਕਰ ਸਕਦੀ ਹਾਂ, ਐਲੀਜੀਬਲ ਆ? ਕਿੰਨੇ ਮਾਰਚ ਨੂੰ ਤੁਸੀਂ ਤੁਹਾਡੀ ਜਿਹੜੀ ਇਹ ਮੈਟਰਨਿਟੀ ਜਿਹੜੀ ਉਹ ਫਿਨਿਸ਼ ਹੋਈ, ਖਤਮ ਹੋਈ ਹੈ? 6 ਮਾਰਚ 6 ਮਾਰਚ ਨੂੰ। ਸੋ 6 ਮਾਰਚ ਨੂੰ ਤੁਹਾਡੀ ਮੈਟਰਨਿਟੀ ਜਿਹੜੀ ਉਹ ਖਤਮ ਹੋਈ ਹੈ, ਰਾਈਟ? ਹਾਂਜੀ, ਠੀਕ ਹੈ। ਤੁਸੀਂ ਆਫ ਦੀ ਏਅਰ ਸੁਣ ਲਓ, ਤੁਹਾਡਾ ਸਵਾਲ ਪਹੁੰਚ ਚੁੱਕਿਆ ਤੇ ਅਸੀਂ ਇਹਦੇ ਬਾਰੇ ਤੁਹਾਨੂੰ ਦੱਸ ਦਿੰਨੇ ਆ। ਜੋ ਵੀ ਸਾਡੇ ਕੋਲੇ ਜਾਣਕਾਰੀ ਹੋਊਗੀ ਔਰ ਜੋ ਅਥੈਂਟਿਕ ਜਾਣਕਾਰੀ ਹੋਏਗੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ 'ਚ ਫੋਨ ਕਰਨ ਲਈ। ਥੈਂਕ ਯੂ। ਸੋ ਇਹ ਸਵਾਲ ਉਹਨਾਂ ਦਾ ਆਇਆ ਹੈ ਕਿ ਇੱਕ ਤਾਂ ਜਦੋਂ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਇੱਕ ਸਵਾਲ ਸੀ ਉਹਨਾਂ ਭੈਣ ਹੋਰਾਂ ਦਾ ਕਿ ਉਹਨਾਂ ਦਾ ਜਿਹੜਾ ਇੱਕ ਦਿਨ ਕੰਮ ਲੱਗਦਾ, ਇੱਕ ਦਿਨ ਨਹੀਂ ਲੱਗਦਾ। ਤਾਂ ਮੈਨੂੰ ਜਿੱਥੋਂ ਤੱਕ ਮੈਨੂੰ ਸਮਝ ਆਈ ਹੈ ਸਿਨੈਰੀਓ ਇਹ ਬਣਦਾ ਹੈ ਕਿ ਉਹਨਾਂ ਦੇ ਆਵਰਸ ਆ ਜਿਹੜੇ ਉਹ ਲਾਸ ਹੋ ਗਏ ਆ। ਬਿਲਕੁਲ। ਇੱਕ ਤਾਂ ਇਹ। ਦੂਸਰਾ ਸਵਾਲ ਇਹਨਾਂ ਦਾ ਇਹ ਇੱਕ ਹੋਰ ਜਿਹੜੇ ਭੈਣ ਹੁਣੇ ਦੱਸ ਕੇ ਗਏ ਆ ਕਿ ਉਹਨਾਂ ਦੀ ਮੈਟਰਨਿਟੀ ਹੈ ਜਿਹੜੀ ਉਹ 6 ਮਾਰਚ ਨੂੰ ਖਤਮ ਹੋ ਗਈ ਹੈ।
ਟਾਈਮ ਟੂ ਦਿਸ ਸਿਨੈਰੀਓ ਕੀ ਹੈ ਕਿ ਉਹ ਕੰਮ ਕੋਈ ਜੁਆਇਨ ਕਰ ਨਹੀਂ ਸਕਦੇ, ਕੰਮ ਹੈ ਵੀ ਨਹੀਂ ਹੈ। ਬਿਲਕੁਲ ਹਾਂਜੀ। ਕੀ ਉਹ ਜਿਹੜੀ ਆਪਣੀ ਮੈਟਰਨਿਟੀ ਹੈ, ਬੜਾ ਵੈਲਿਡ ਕੁਐਸਚਨ ਹੈ, ਕੀ ਉਹ ਆਪਣੀ ਮੈਟਰਨਿਟੀ ਨੂੰ ਅੱਗੇ ਕੰਟੀਨਿਊ ਕਰ ਸਕਦੇ ਆ? ਜੇ ਕਰ ਸਕਦੇ ਆ ਤਾਂ ਕਿਵੇਂ ਕਰ ਸਕਦੇ ਆ? ਇਹਦੇ ਬਾਰੇ ਥੋੜਾ ਜਿਹਾ ਕੋਈ ਹੈ ਵੀ ਜਾਣਕਾਰੀ? ਮੈਂ ਵੈਰੀ ਫ੍ਰੈਂਕਲੀ ਸਰ ਮੈਂ ਇਮੀਗ੍ਰੇਸ਼ਨ ਤੋਂ ਹੈਗੀ ਆ, ਬਟ ਬੈਸਟ ਆਪਸ਼ਨ ਮੈਂ ਇਹਨਾਂ ਨੂੰ ਇਹ ਦਵਾਂਗੀ ਕਿ ਕੋਈ ਵੀ ਨਾ ਜੇ ਕੋਈ ਸੀਏ ਹੈਗਾ ਵੇ ਜੀ, ਚਾਰਟਰਡ ਅਕਾਊਂਟੈਂਟ ਹੈ ਜਾਂ ਸੀਆਰਏ ਦੀ ਵੈਬਸਾਈਟ ਤੇ ਜਾ ਕੇ ਜਾਂ ਸਰਵਿਸ ਕੈਨੇਡਾ ਦੀ ਵੈਬਸਾਈਟ ਜਾ ਕੇ ਜਿੱਥੋਂ ਉਹਨਾਂ ਨੇ ਮੈਟਰਨਿਟੀ ਅਪਲਾਈ ਕੀਤੀ ਸੀਗੀ ਜੀ, ਉਹਦੇ ਬਾਰੇ ਚੈੱਕ ਕਰਨ ਕਿ ਵੈਦਰ ਉਹ ਅਪਲਾਈ ਕਰ ਸਕਦੇ ਨੇ ਕਿ ਨਹੀਂ ਕਰ ਸਕਦੇ। ਦੈਟ ਇਜ਼ ਵਨ। ਜੇ ਉਹ ਨਹੀਂ ਕਰ ਸਕਦੇ ਤਾਂ ਈਆਈ ਵਾਸਤੇ ਉਹ ਐਲੀਜੀਬਲ ਹੋਣਗੇ ਹਲੇ, ਠੀਕ ਹੈ ਨਾ। ਇਹਨਾਂ ਨੂੰ ਖੁਦ ਹੀ ਇਹ ਚੀਜ਼ ਚੈੱਕ ਕਰਨੀ ਪਏਗੀ ਕਿ ਮੈਂ ਉਹੀ ਕਹਾਂਗੀ ਕਿ ਮੇਰੇ ਕਿਸੇ ਗੱਲ ਦੇ ਉੱਪਰ ਪਲੀਜ਼ ਇਸ ਚੀਜ਼ ਦਾ ਧਿਆਨ ਨਾ ਦੇਣਾ, ਉਹਨਾਂ ਨੂੰ ਵੈਬਸਾਈਟ ਤੇ ਜਾ ਕੇ ਦੇਖਣਾ। ਬੈਟਰ ਆਪਸ਼ਨ ਹੋਏਗਾ ਕਿ ਮੈਂ ਅਕਾਊਂਟੈਂਟ ਨਹੀਂ ਹਾਂ, ਬਟ ਬੈਟਰ ਆਪਸ਼ਨ ਹੈ ਕਿ ਨੋਨ ਤਰੀਕੇ ਨਾਲ ਚੀਜ਼ ਲੈ ਕੇ ਆਪਣਾ ਡਿਸੀਜਨ ਦੇਖ ਕੇ ਪਤਾ ਕਰਕੇ ਸਹੀ ਬੰਦੇ ਕੋਲ ਅਕਾਊਂਟੈਂਟ ਵਿਲ ਬੀ ਦ ਬੈਸਟ ਆਪਸ਼ਨ, ਉੱਥੋਂ ਪਤਾ ਕਰਕੇ ਤੁਹਾਨੂੰ ਬੈਸਟ ਆਪਸ਼ਨ ਪਤਾ ਲੱਗ ਜਾਏਗੀ। ਇੱਕ ਜ਼ਰੂਰ ਜਿਹੜੀ ਮੈਂ ਇਹਨਾਂ ਨੂੰ ਦੱਸਣਾ ਚਾਹਣਾ ਕਿ ਜਿੱਥੋਂ ਤੱਕ ਮੈਨੂੰ ਸਮਝ ਆਉਂਦਾ ਕਿ ਠੀਕ ਹੈ, ਜਿਹੜਾ ਵੈਲਿਡ ਤੁਹਾਡਾ ਸਵਾਲ ਇਹ ਸੀ ਕਿ ਜੇ ਅਗਰ ਤੁਸੀਂ ਕਿਸੇ ਕਿਸਮ ਕਰਕੇ ਐਲੀਜੀਬਲ ਨਹੀਂ ਵੀ ਹੈ ਤਾਂ ਤੁਸੀਂ ਫਿਰ ਵੀ ਸੀਆਰਏ ਨੂੰ ਕਾਲ ਕਰਕੇ ਤੁਸੀਂ ਪੁੱਛ ਸਕਦੇ ਹੋ ਕਿ ਤੁਸੀਂ ਆਪਣੀ ਮੈਟਰਨਿਟੀ ਨੂੰ ਕੰਟੀਨਿਊ ਕਰ ਸਕਦੇ ਹੋ ਜਾਂ ਨਹੀਂ ਕਰ ਸਕਦੇ। ਔਰ ਦੂਸਰਾ ਇਹ ਕਿ ਜਿਹੜਾ ਤੁਸੀਂ ਸਵਾਲ ਪੁੱਛਿਆ ਸੀ ਪਹਿਲਾਂ ਬ੍ਰੇਕ ਤੋਂ ਪਹਿਲਾਂ, ਇੱਕ ਸਵਾਲ ਆਇਆ ਸੀ ਕਾਲਰ ਦਾ ਕਿ ਉਹ ਉਹਨਾਂ ਦੇ ਜਿਹੜੇ ਆਵਰਸ ਲਾਸ ਹੋਏ ਆ, ਆਵਰ ਲਾਸ ਹੋਇਆ ਤਾਂ ਤੁਸੀਂ ਵੀ ਐਲੀਜੀਬਲ ਹੈ, ਤੁਸੀਂ ਅਪਲਾਈ ਕਰ ਸਕਦੇ ਆ। ਫਿਰ ਵੀ ਸਭ ਤੋਂ ਜ਼ਰੂਰੀ ਜਿਹੜੀ ਅਹਿਮ ਜਿਹੜਾ ਨੁਕਤਾ ਉਹ ਇਹ ਹੈ ਕਿ ਆਪਣੇ ਅਕਾਊਂਟੈਂਟ ਦੇ ਨਾਲ ਜ਼ਰੂਰ ਰਾਬਤਾ ਕਰੋ। ਬਿਲਕੁਲ ਬਿਲਕੁਲ। ਸੋ ਜੀ, ਹੁਣ ਅੱਗੇ ਸਵਾਲ ਮੇਰੇ ਕੋਲ ਵੈਸੇ ਤਾਂ ਬਹੁਤ ਸਾਰੇ ਸਵਾਲ ਨੇ, ਪਰ ਜਿਹੜਾ ਸਮਾਂ ਹੈ ਉਹ ਵੀ ਸਾਨੂੰ ਇਜਾਜ਼ਤ ਨਹੀਂ ਦਿੰਦਾ, ਤਾਂ ਅਸੀਂ ਉਹਦੇ ਅਕੋਰਡਿੰਗ ਵੀ ਚੱਲਣਾ। ਰਿਸੈਸ਼ਨ ਨੂੰ ਲੈ ਕੇ ਤੁਹਾਡੇ ਕੋਈ ਹੈ ਕਿ ਜੇ ਰਿਸੈਸ਼ਨ ਦਾ ਜਿਹੜਾ ਦੌਰ ਚੱਲ ਰਿਹਾ ਜਾਂ ਅੱਗੇ ਚੱਲ ਕੇ ਰਿਸੈਸ਼ਨ ਦਾ ਦੌਰ ਬਣੇਗਾ ਤਾਂ ਉਹਦੇ ਸੰਬੰਧੀ ਕੋਈ ਇਸ ਤਰ੍ਹਾਂ ਦਾ ਕੋਈ ਪੈਕੇਜ ਜਾਂ ਕੋਈ ਇਮੀਗ੍ਰੇਸ਼ਨ ਨਾਲ ਸੰਬੰਧਿਤ ਕੋਈ ਇਸ ਤਰ੍ਹਾਂ ਦਾ ਹੈ? ਜਾਂ ਇੱਕ ਹੋਰ ਜਿਹੜਾ ਸਵਾਲ ਮੈਂ ਤੁਹਾਨੂੰ ਨਾਲ ਦੀ ਨਾਲ ਪੁੱਛ ਲਵਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਮੀਗ੍ਰੇਸ਼ਨ ਹੋਏਗੀ ਜਾਂ ਨਹੀਂ ਹੋਏਗੀ, ਕਿਉਂਕਿ ਅਫਵਾਹਾਂ ਦਾ ਦੌਰ ਹੈ, ਉਹਦੇ ਵਿੱਚ ਇਹ ਚੱਲ ਰਿਹਾ ਕਿ ਸ਼ਾਇਦ ਇਮੀਗ੍ਰੇਸ਼ਨ ਤੇ ਜਿਹੜਾ ਸਾਲ 2 ਸਾਲ ਦੇ ਲਈ ਰੋਕ ਲਾ ਦਿੱਤੀ ਜਾਏਗੀ, ਇਹਦੇ ਬਾਰੇ ਦੱਸਿਓ ਜਰਾ। ਬਿਲਕੁਲ, ਜਿਸ ਤਰ੍ਹਾਂ ਤੁਸੀਂ ਅਫਵਾਹਾਂ ਦੀ ਗੱਲ ਕੀਤੀ, ਬਿਲਕੁਲ ਠੀਕ ਕਹਿ ਰਹੇ ਹੋ। ਕਈ ਵਾਰੀ ਕਾਲ ਆ ਜਾਂਦੀ ਹੈ, ਹਾਂਜੀ ਜੀ ਇਮੀਗ੍ਰੇਸ਼ਨ ਬੰਦ ਹੋ ਗਈ, ਇਸ ਤਰ੍ਹਾਂ ਕੁਛ ਨਹੀਂ, ਕੋਈ ਚੀਜ਼ ਬੰਦ ਨਹੀਂ ਹੋ ਰਹੀ ਹੈ। 2-3 ਚੀਜ਼ਾਂ ਦੱਸਾਂਗੀ ਮੈਂ। ਜਿਸ ਤੋਂ ਪਹਿਲੇ ਮੈਂ ਗੱਲ ਕਰ ਰਹੀ ਸੀਗੀ, ਡਰਾ ਨਿਕਲਦੇ ਪਏ ਨੇ ਪੀਐਨਪੀ ਦੇ, ਡਰਾ ਨਿਕਲ ਰਹੇ ਨੇ ਫੈਡਰਲ ਦੇ ਜੀ, ਠੀਕ ਹੈ। LMIS ਹੋ ਗਏ, ਜਿਹੜੇ ਵਰਕ ਪਰਮਿਟ ਹੁੰਦੇ ਨੇ, ਜਿਨ੍ਹਾਂ ਦਾ ਪ੍ਰੋਸੈਸ ਚੱਲਦਾ ਪਿਆ, ਉਹ ਅਪਰੂਵ ਹੁੰਦੀਆਂ ਪਈਆਂ ਨੇ। ਇਸ ਚੀਜ਼ ਨੂੰ ਛੋਟੀ ਚੀਜ਼ ਕਰਕੇ ਦੇਖੀਏ, ਪੂਰੀ ਕਰੋਨਾ ਵਾਇਰਸ ਪੂਰੇ ਦੇਸ਼ ਨੂੰ ਪਰੇਸ਼ਾਨ ਕਰ ਰਹੀ ਹੈ, ਲੇਕਿਨ ਇਸ ਦੇ ਵਿੱਚ ਰਿਸੈਸ਼ਨ ਡੈਫੀਨੇਟਲੀ ਆਏਗਾ। ਲੇਕਿਨ ਜੇ ਕੈਨੇਡਾ ਵਿੱਚ ਦੇਖੀਏ ਤਾਂ ਸਿਚੁਏਸ਼ਨ ਕੀ ਆ ਰਹੀ ਹੈ, ਜੇ ਰਿਸੈਸ਼ਨ ਆਏਗਾ, ਗਵਰਨਮੈਂਟ ਪੂਰੀ ਹੈਲਪ ਕਰ ਰਹੀ ਹੈ ਇੱਥੋਂ ਦੇ ਲੋਕਾਂ ਦੀ ਜੀ। ਉਹਦੇ ਵਿੱਚ ਕੀ ਹੈ ਕਿ ਜਿਹੜੇ ਇਮੀਗ੍ਰੈਂਟਸ ਨੇ, ਮੈਂ ਕਹਿੰਦੀ ਹਾਂ ਜਿਸ ਤਰ੍ਹਾਂ ਬੱਚਾ ਹੈ, ਕੋਈ ਵੀ ਬੱਚਾ ਸਟੱਡੀ ਪਰਮਿਟ ਤੇ ਕੋਈ ਆਉਂਦਾ ਹੋਵੇ, ਉਹਨੇ ਇੱਥੇ ਆ ਕੇ ਸਾਲ ਜਾਂ 2 ਸਾਲ ਉਹਨੇ ਆਪਣੇ ਪੈਸੇ ਲਗਾਉਣੇ ਨੇ। ਇਹ ਸਟੱਡੀ ਪਰਮਿਟ ਦਾ ਹੋ ਗਿਆ। PR ਵਾਲਾ ਹੋ ਗਿਆ ਜਾਂ ਵਰਕ ਪਰਮਿਟ ਵਾਲਾ, ਉਹ ਬੰਦਾ ਦ ਮੂਮੈਂਟ ਜਿਸ ਤਰ੍ਹਾਂ 에ਅਰਪੋਰਟ ਤੇ ਲੈਂਡ ਹੋਏਗਾ, ਉਹਨੂੰ ਜੌਬ ਮਿਲੀ ਹੈ ਨਹੀਂ ਮਿਲੀ, ਕਦ ਤੱਕ ਉਹਦੀ ਪੇ ਸਕੇਲ ਆਏਗਾ, ਲੇਕਿਨ ਉਹਨੇ ਆਂਦਿਆਂ ਸਾਰ ਉਹਨੂੰ ਰਹਿਣਾ, ਖਾਣਾ ਪੀਣਾ, ਉਹਦੇ ਹਰ ਚੀਜ਼ ਜ਼ਰੂਰਤ ਪੈਣੀ ਪੈਣੀ। ਬਿਲਕੁਲ ਬਿਲਕੁਲ, ਠੀਕ ਹੈ ਨਾ। ਇਹ ਇਸ ਨੂੰ ਕਹਿੰਦੇ ਨੇ ਸੀ ਇੰਪੋਰਟ ਐਕਸਪੋਰਟ। ਇਮੀਗ੍ਰੇਸ਼ਨ ਇੰਪੋਰਟ ਐਕਸਪੋਰਟ ਵਾਲਾ ਕੰਮ ਹੈ। ਇੰਪੋਰਟ ਵਾਲਾ ਸਿਚੁਏਸ਼ਨ ਹੈ, ਇਮੀਗ੍ਰੈਂਟਸ ਆ ਰਹੇ ਨੇ, ਉਹ ਆਣਗੇ, ਸਾਨੂੰ ਪੈਸੇ ਦੇਣਗੇ, ਸਾਨੂੰ ਮਤਲਬ ਉਹ ਕੰਟਰੀ ਨੂੰ ਵਧਾਵਾ ਦੇਣਗੇ ਇਕਨੋਮੀ ਦਾ। ਬਿਲਕੁਲ, ਠੀਕ ਹੈ ਨਾ। ਉਹ ਜਦੋਂ ਦੇਣਗੇ ਤੇ ਉਹਦੇ ਨਾਲ ਹੀ ਰਿਸੈਸ਼ਨ ਨੂੰ ਬੈਟਰ ਹੋਏਗਾ ਕਿ ਰਿਸੈਸ਼ਨ ਘਟੇਗਾ। ਬਿਲਕੁਲ, ਠੀਕ ਹੈ। ਰਿਸੈਸ਼ਨ ਬਿਜ਼ਨੈਸਿਸ ਜ਼ਰੂਰ ਬੰਦ ਹੋਏਗੇ, ਇਕਨੋਮੀ ਬੂਸਟ ਹੋਏਗੀ। ਬਿਲਕੁਲ, ਜੋ ਉਹਦੇ ਨਾਲ, ਕਿਉਂਕਿ ਇਮੀਗ੍ਰੇਸ਼ਨ ਦੇ ਨਾਲ ਹੀ ਪਹਿਲਾਂ ਕੰਟਰੀ ਸਥਾਪਿਤ ਹੋਇਆ ਤੇ ਇਮੀਗ੍ਰੇਸ਼ਨਸ ਦੇ ਜਿਹੜੇ ਸਾਡੇ ਇਮੀਗ੍ਰੈਂਟਸ ਆ ਰਹੇ ਆ, ਉਹਨਾਂ ਕਰਕੇ ਹੀ ਅੱਗੇ ਹੋਰ ਜ਼ਿਆਦਾ ਕੰਟਰੀ ਨੇ ਡਿਵੈਲਪ ਹੋਣਾ। ਬਿਲਕੁਲ, ਮੈਂ ਅੱਜ ਵੈਸੇ ਬਸ ਵੈਰੀ ਫ੍ਰੈਂਕਲੀ ਅੱਜ ਸਭ ਨੂੰ ਇਹ ਜ਼ਰੂਰ ਤੁਹਾਨੂੰ ਵੀ ਕਹਾਂਗੀ ਕਿ ਬਾਕੀ ਨੂੰ ਵੀ ਕਹਿਣਾ ਚਾਹਾਂਗੀ ਕਿ ਸਿਚੁਏਸ਼ਨ ਇਸ ਵਕਤ ਇਹ ਹੈਗੀ ਕਿ ਸਾਨੂੰ ਜੇ ਇਸ ਵਕਤ ਲੋਕਡਾਊਨ, ਜਿਸਨੂੰ ਅਸੀਂ ਲੋਕਡਾਊਨ ਕਹਿੰਦੇ ਕਿ ਘਰ ਰੁਕਣਾ ਵੇ, ਅਸੀਂ ਇਸ ਵਕਤ ਸਾਨੂੰ ਟਾਈਮ ਮਿਲਿਆ, ਸੋਚੋ ਕਿ ਸਾਨੂੰ ਇਹ ਟਾਈਮ ਮਿਲਿਆ ਹੈ ਹੁਣ ਦਾ ਔਰ ਅੱਗੇ ਫਿਊਚਰ ਦਾ। ਤੁਸੀਂ ਆਪਣੀ ਇਨਕਮ ਲੈਵਲ, ਆਪਣੀ ਲਾਈਫ ਪਲੈਨਿੰਗ ਹੋ ਗਈ, अपना इनकम लेवल इनकम प्लानिंग हो गई, लाइफ प्लानिंग हो गई, अपनी फ्यूचर प्लानिंग, ਇਹਦੇ ਬਾਰੇ ਬੈਠ ਕੇ ਆਪਣੀ ਫੈਮਿਲੀ ਪਲੈਨਿੰਗ ਦੇ ਸਾਹਮਣੇ ਫੈਮਿਲੀ ਦੇ ਨਾਲ ਬੈਠ ਕੇ ਸੋਚੋ। ਤੁਹਾਨੂੰ ਇਹ ਟਾਈਮ ਇੱਕ ਕਹਿੰਦਾ ਪੌਜ਼ ਬਟਨ ਹੋ ਗਿਆ ਇਸ ਤਰ੍ਹਾਂ ਦਾ, ਮਤਲਬ ਪਲੇ ਬਟਨ ਚੱਲ ਰਿਹਾ ਸੀ, ਪੌਜ਼ ਬਟਨ ਹੋ ਗਿਆ। ਕੰਟਰੋਲ ਯੋਰਸੈਲਫ, ਆਰਾਮ ਨਾਲ ਇੰਜੋਏ ਕਰਕੇ ਪੋਜ਼ਿਟਿਵਿਟੀ ਦੇ ਨਾਲ ਆਪਣੇ ਬੈਠ ਕੇ ਤਰੀਕੇ ਨਾਲ ਦੇਖੋ ਔਰ ਸੋਚੋ ਕਿ ਤੁਸੀਂ ਕਿੱਥੇ ਕੀ ਪ੍ਰੋਸੈਸ ਕਰਨਾ ਵੇ, ਉਹ ਜਾਓ ਤਾਂ ਫਿਰ ਅੱਗੇ ਅਸੀਂ ਉਹਦੇ ਨਾਲ ਬੈਸਟ ਆਪਸ਼ਨ ਰਹੇਗੀ ਔਰ ਤੁਸੀਂ ਅੱਗੇ ਕਰ ਸਕਦੇ ਹੋ। ਜੀ, ਕਾਲ ਲੈ ਲਈ, ਫਿਰ ਉਸ ਤੋਂ ਬਾਅਦ ਗੱਲਬਾਤ ਜਾਰੀ ਕਰਦੇ ਹਾਂ। ਜੀ, ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਜੀ। ਕੀ ਸਵਾਲ ਹੈ ਜੀ ਤੁਹਾਡਾ?
ਸਤਿ ਸ਼੍ਰੀ ਅਕਾਲ ਜੀ, ਮੈਂ ਦੇਖਦਾ ਤੁਹਾਡਾ ਪ੍ਰੋਗਰਾਮ। ਮੈਂ ਤਾਂ ਪੁੱਛਣਾ ਸੀ, ਇਹ ਪੀਆਰ ਤੇ ਬੰਦਾ ਸਾਡਾ ਆ ਰਿਹਾ ਜੀ, ਉਹਦਾ 20 ਤਰੀਕ ਨੂੰ ਵੀਜ਼ਾ ਖਤਮ ਹੋ ਜਾਣਾ ਹੈ, ਵੀ ਹੁਣ ਉਹ ਵਧਾਉਣਗੇ ਜਾਂ ਕਿੱਦਾਂ? ਉਹ ਜਿਹੜੇ ਪੀਆਰ ਦਾ ਅਗਰ ਵੀਜ਼ਾ ਲੱਗਿਆ ਹੋਇਆ ਉਹਨਾਂ ਦਾ, ਤਾਂ ਉਹਨਾਂ ਦਾ ਤੁਸੀਂ ਕੀ ਕਹਿ ਰਹੇ 20 ਅਪ੍ਰੈਲ ਨੂੰ ਉਹਨਾਂ ਦਾ ਐਕਸਪਾਇਰੀ ਹੋ ਜਾਣਾ? ਹਾਂ, 22 ਤਰੀਕ ਨੂੰ ਖਤਮ ਹੋ ਜਾਣਾ। 22 ਤਰੀਕ ਨੂੰ ਖਤਮ ਹੋ ਜਾਣਾ, ਤੇ ਉਹ ਹਲੇ ਤੱਕ ਉਹ ਪੰਜਾਬ ਦੇ ਵਿੱਚ ਨੇ? ਇੰਡੀਆ ਉੱਤੇ ਹਿਮਾਚਲ 'ਚ ਹੈ। ਹਿਮਾਚਲ ਦੇ ਵਿੱਚ ਹੈ। ਠੀਕ ਹੈ ਜੀ, ਤੁਹਾਡਾ ਸਵਾਲ ਪਹੁੰਚ ਗਿਆ, ਤੁਸੀਂ ਆਫ ਦੀ ਏਅਰ ਸੁਣ ਲਓ। ਬਹੁਤ ਬਹੁਤ ਸ਼ੁਕਰੀਆ, ਔਰ ਤੁਸੀਂ ਇਸੇ ਤਰੀਕੇ ਦੇ ਨਾਲ ਫੀਡਬੈਕ ਵੀ ਦਿੰਦੇ ਰਹਿਣਾ ਆਪਣੀ। ਓਕੇ ਜੀ, ਥੈਂਕ ਯੂ। ਸੋ ਉਹਨਾਂ ਦਾ ਸਵਾਲ ਆ ਜਿਹੜਾ, ਉਹ ਆਪਾਂ ਉਹਦੇ ਬਾਰੇ ਹੁਣੀ ਚਰਚਾ ਕਰਕੇ ਹਟੇ ਸੀ ਕਿ ਅਗਰ ਜਿਨ੍ਹਾਂ ਦਾ ਵੀਜ਼ੇ ਲੱਗ ਚੁੱਕੇ ਆ, ਹਾਂਜੀ, ਤਾਂ ਉਹ ਜਿਵੇਂ ਉਹਨਾਂ ਦਾ ਐਕਸਪਾਇਰੀ ਹੋ ਰਿਹਾ 22 ਅਪ੍ਰੈਲ ਨੂੰ, ਹਾਂਜੀ, ਕੀ ਉਹ ਇੱਥੇ ਆ ਸਕਦੇ ਆ? ਬਿਲਕੁਲ ਜੇ ਉਹ ਆ ਸਕਦੇ ਆ ਤਾਂ ਕੋਈ ਕਿਸੇ ਤਰੀਕੇ ਦੇ ਨਾਲ ਵੀ ਉਹਦੇ ਬਾਰੇ ਵੀ ਦੱਸਿਓ। ਅਗਰ ਉਹ ਨਹੀਂ ਆਉਣਾ ਚਾਹੁੰਦੇ, ਇਕਨੋਮੀ ਨੂੰ ਦੇਖਦੇ ਹੋਏ, ਜੇ ਅਗਰ ਉਹ ਨਹੀਂ ਆਉਣਾ ਚਾਹੁੰਦੇ, ਤਾਂ ਉਹਨਾਂ ਦਾ ਵੀਜ਼ਾ ਜਿਹੜਾ ਉਹ ਐਕਸਟੈਂਡ ਹੋ ਜਾਏਗਾ ਜਾਂ ਨਹੀਂ? ਦੇਖੋ, ਉਹਨਾਂ ਨੇ ਜੇ ਪੀਆਰ ਅਪਰੂਵ ਹੋਈ ਹੈ ਔਰ ਉਹਨਾਂ ਨੂੰ ਜੇ 22 ਅਪ੍ਰੈਲ ਦਾ ਟਾਈਮ ਹੈਗਾ, ਉਹਨਾਂ ਕੋਲ ਦੋ ਆਪਸ਼ਨਸ ਹੈਗੇ ਨੇ। ਇੱਕ ਕਿ ਉਹ ਇੱਥੇ ਆ ਸਕਦੇ ਨੇ, ਕੋਈ ਦਿੱਕਤ ਵਾਲੀ ਗੱਲ ਨਹੀਂ ਹੈ, ਆਪਣਾ ਫਲਾਈਟ ਦੇਖ ਕੇ ਔਰ ਆਪਣਾ ਅਰੇਂਜਮੈਂਟ ਕਰਕੇ। ਸਿਰਫ ਫਲਾਈਟ ਦਾ ਖਰਚਾ ਜ਼ਿਆਦਾ ਹੈ, ਉਹ ਤਾਂ ਕਿਉਂਕਿ $3000 ਤੱਕ ਦੀ ਫਲਾਈਟ ਆ ਜੇ, ਤੇ ਉਸ ਤੋਂ ਬਾਅਦ ਇੱਥੇ ਪਹੁੰਚ ਕੇ ਵੀ ਸ਼ਾਇਦ ਉਹਨਾਂ ਨੂੰ ਜਿਹੜੀ ਬੈਡ ਇਕਨੋਮੀ ਦਾ ਸਾਹਮਣਾ ਕਰਨਾ ਪਵੇ। ਬੈਡ ਇਕਨੋਮੀ ਹੋਏਗੀ, ਆਈਸੋਲੇਸ਼ਨ ਹੋਏਗੀ, ਸਭ ਕੁਝ ਹੈ। ਇੱਕ ਤੇ ਇਹ ਆਪਸ਼ਨ ਤਾਂ ਹੈ ਹੀ ਉਹਨਾਂ ਕੋਲ, ਜਿਸ ਤੋਂ ਜਾ ਸਕਦੇ ਨੇ ਜੀ। ਦੂਸਰੀ ਆਪਸ਼ਨ ਕੀ ਹੈ ਕਿ ਉਹ ਜੇ ਨਹੀਂ ਜਾ ਸਕਦੇ ਤੇ IRCC ਦੀ ਵੈਬਸਾਈਟ ਜਾ ਕੇ ਵੈਬ ਫਾਰਮ ਤੇ ਦੱਸਣ ਕਿ ਉਹ ਕਿਉਂ ਨਹੀਂ ਆ ਸਕਦੇ, ਤੇ ਤੁਹਾਨੂੰ ਇਮੀਗ੍ਰੇਸ਼ਨ ਖੁਦ ਦੱਸੇਗੀ ਕਿ ਤੁਹਾਡਾ ਨੈਕਸਟ ਆਪਸ਼ਨ ਕੀ ਹੈ, ਤੁਸੀਂ ਕਿਉਂ ਨਹੀਂ ਆ ਸਕਦੇ, ਤੁਹਾਡਾ ਨੈਕਸਟ ਐਕਸਟੈਂਸ਼ਨ ਕਿਸ ਤਰ੍ਹਾਂ ਲੱਗੇਗੀ। ਜੀ, ਕਾਲ ਲੈ ਲਈਏ, ਫਿਰ ਉਸ ਤੋਂ ਬਾਅਦ ਅੱਗੇ ਜਾਰੀ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਜੀ। ਕੀ ਸਵਾਲ ਹੈ ਜੀ ਤੁਹਾਡਾ? ਉਹ ਮੈਂ ਪੁੱਛਣਾ ਚਾਹੁੰਦੀ ਸੀ ਵੀ ਉਹ ਅਪਲਾਈ ਕੀਤਾ ਸੀ, ਬੇਟੇ ਦੀ ਮੈਰਿਜ ਕਰਕੇ ਆਈ ਸੀ, ਤੇ ਉਹ ਜੇ ਐਪਲੀਕੇਸ਼ਨ ਨੰਬਰ ਵੀ ਨਹੀਂ ਲੱਗਿਆ, ਫਿਰ ਉਹ ਲੇਟ ਹੋ ਜਾਊਗਾ ਸਾਰਾ ਕੁਝ। ਕਦੋਂ ਅਪਲਾਈ ਕੀਤਾ ਸੀ ਜੀ? ਅਜੇ 1.5 ਮਹੀਨਾ ਹੋਇਆ। 1.5 ਮਹੀਨਾ ਹੋਇਆ ਅਪਲਾਈ ਕੀਤੇ ਨੂੰ? ਕਿਸ ਵੀਜ਼ੇ ਲਈ? ਤੇ ਤੁਸੀਂ ਇਹ ਮੈਰਿਜ ਬੇਸ ਸੀ, ਮੈਰਿਜ ਬੇਸ ਤੇ ਲਾਇਆ ਸੀ ਤੁਸੀਂ? ਹਾਂਜੀ ਹਾਂਜੀ, ਅਜੇ ਉਹ ਨੰਬਰ ਨਹੀਂ ਲੱਗਿਆ ਜੀ, ਜਿਹੜਾ ਅੱਛਾ, ਫਾਈਲ ਨੰਬਰ ਨਹੀਂ ਤੁਹਾਨੂੰ ਮਿਲਿਆ? ਮੈਰਿਜ ਸਪਾਊਸਲ ਇਮੀਗ੍ਰੇਸ਼ਨ ਕਹਿ ਰਹੇ ਹੋ ਤੁਸੀਂ ਜੀ? ਸਪਾਊਸਲ ਹੀ, ਉਹਨਾਂ ਦੀ ਸਪਾਊਸਲ ਇਮੀਗ੍ਰੇਸ਼ਨ ਦੀ ਗੱਲ ਕਰ ਰਹੇ ਆ। ਠੀਕ ਹੈ ਜੀ, ਤੁਸੀਂ ਆਫ ਦੀ ਏਅਰ ਸੁਣ ਲਓ, ਤੁਹਾਡਾ ਸਵਾਲ ਪਹੁੰਚ ਚੁੱਕਿਆ। ਬਹੁਤ ਬਹੁਤ ਸ਼ੁਕਰੀਆ ਜੀ। ਹਾਂਜੀ, ਬੋਲੋ। ਸਪਾਊਸਲ ਇਮੀਗ੍ਰੇਸ਼ਨ ਦਾ ਉਹਨਾਂ ਦਾ ਸਵਾਲ, ਕਿਉਂਕਿ ਉਹਨਾਂ ਦਾ ਕੇਸ ਹੈ ਜਿਹੜਾ ਉਹ ਇਹ ਹੈ ਕਿ ਉਹ ਇੱਥੋਂ ਗਏ ਸੀ ਔਰ ਉੱਥੇ ਸ਼ਾਦੀ ਕਰਕੇ ਆਏ ਆ, ਵਾਟਐਵਰ ਉਹਨਾਂ ਦਾ ਬੇਟਾ ਜਾਂ ਬੇਟੀ ਹੈ, ਤਾਂ ਉਹਨਾਂ ਦਾ ਜਿਹੜਾ ਹਲੇ 1.5 ਮਹੀਨਾ ਹੋਇਆ ਉਹਨਾਂ ਨੇ ਕੇਸ ਅਪਲਾਈ ਕੀਤਾ, ਐਪਲੀਕੇਸ਼ਨ ਲਗਾਏ ਨੂੰ, ਔਰ ਉਹਨਾਂ ਦਾ ਫਾਈਲ ਨੰਬਰ ਵਗੈਰਾ ਕੁਝ ਕਨਫਰਮੇਸ਼ਨ ਨੰਬਰ ਕੋਈ ਆਇਆ ਨਹੀਂ ਹੈਗਾ। ਉਹਦੇ ਬਾਰੇ ਕੋਈ ਜਾਣਕਾਰੀ ਪ੍ਰਾਪਤ ਕਰਨੀ ਚਾਹੁੰਦੇ ਆ? ਬਿਲਕੁਲ ਜੀ, ਉਹਦੇ ਵਿੱਚ ਸਪਾਊਸਲ ਇਮੀਗ੍ਰੇਸ਼ਨ 'ਚ ਕੀ ਹੈ ਕਿ ਇਹ ਪੇਪਰ ਐਪਲੀਕੇਸ਼ਨ ਹੈ, ਤੇ ਉਹਦੇ ਵਿੱਚ ਅਸੀਂ ਆਨਲਾਈਨ ਵਾਲਾ ਕੰਮ ਨਹੀਂ ਚੱਲੇਗਾ। ਜੇ ਤੇ ਜਿਸ ਤਰੀਕੇ ਨਾਲ ਵੀ ਲੱਗੀ ਹੈ, ਉਹਨਾਂ ਨੇ ਈਮੇਲ ਐਡਰੈਸ ਜ਼ਰੂਰ ਦਿੱਤਾ ਹੋਏਗਾ, ਤਾਂ ਉਹਨਾਂ ਨੂੰ ਲੈਟਰ ਆ ਜਾਂਦੀ ਹੈ ਕਿ ਬਈ ਤੁਹਾਡਾ ਇਮੀਗ੍ਰੇਸ਼ਨ ਦੀ ਫਾਈਲ ਸਾਡੇ ਕੋਲ ਪਹੁੰਚ ਗਈ ਹੈ ਔਰ ਇਹ ਤੁਹਾਡਾ ਨੰਬਰ ਹੈ, ਤਾਂ ਉਹਨਾਂ ਨੂੰ ਜਸਟ ਵੇਟ ਕਰਨੀ ਪਏਗੀ। ਟਾਈਮ ਲੱਗ ਜਾਂਦਾ ਸਪਾਊਸਲ ਦੇ ਵਿੱਚ, ਪਰ ਪਰੇਸ਼ਾਨ ਨਾ ਹੋਣ। ਇਸ ਵਕਤ ਇੱਕ ਤੇ ਸਪਾਊਸਲ ਇਮੀਗ੍ਰੇਸ਼ਨ ਵਾਲਾ ਜਿਹੜਾ ਕੇਸ ਹੈ ਉਹ ਥੋੜਾ ਸਲੋ ਚੱਲਦਾ ਹੈ ਜੀ, ਔਰ ਕੋਰੋਨਾ ਵਾਇਰਸ ਕਰਕੇ ਵੀ ਕੇਸ ਸਲੋ ਚੱਲ ਰਿਹਾ ਹੈ, ਤੇ ਇਸ ਕਰਕੇ ਵੇਟ ਕਰਨ, ਔਰ ਜਿਸ ਟਾਈਮ ਡਿਟੇਲਸ ਆ ਜਾਣਗੇ ਨਾ ਪਤਾ ਲੱਗ ਜਾਏਗਾ। ਪਰੇਸ਼ਾਨ ਹੋਣਾ ਹੋਣ ਹੱਲੇ, ਪਰ ਇਹ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈ ਕਿ 1.5 ਮਹੀਨੇ ਤੱਕ ਵੀ ਉਹਨਾਂ ਦਾ ਕੋਈ ਫਾਈਲ ਨੰਬਰ ਨਹੀਂ ਹੈ, ਕੋਈ ਦਿੱਕਤ ਵਾਲੀ ਗੱਲ ਨਹੀਂ ਜੀ। ਸੋ ਆਪਾਂ ਇਸ ਤੋਂ ਪਹਿਲਾਂ ਕਿ ਇਸ ਪ੍ਰੋਗਰਾਮ ਨੂੰ ਵਾਈਂਡ ਅਪ ਕਰੀਏ, ਕੋਈ ਤੁਹਾਡੇ ਜ਼ਿਹਨ 'ਚ ਕੋਈ ਖਾਸ ਜਿਹੜੀ ਜਾਣਕਾਰੀ ਹੈ ਕੋਈ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੁੰਦੇ? ਡੈਫੀਨਿਟਲੀ ਜੀ, ਮੈਂ ਜ਼ਰੂਰ ਕਵਾਂਗੀ ਕਿ ਇਸ ਵਕਤ ਇਮੀਗ੍ਰੇਸ਼ਨ ਤੋਂ ਲੈ ਕੇ ਕੋਈ ਵੀ ਲੋਕ ਸੋਚ ਰਹੇ ਨੇ ਜੀ ਇਮੀਗ੍ਰੇਸ਼ਨ ਬੰਦ ਹੋ ਜਾਣੀ, ऐसा कुछ नहीं होना, ऐसा कुछ नहीं होना जी। ਇਮੀਗ੍ਰੇਸ਼ਨ ਬਹੁਤ ਹੀ ਆਸਾਨ ਰਹੇਗੀ, ਕਿਉਂਕਿ ਰੀਜ਼ਨ ਹੈ ਕਿ ਇਹਨਾਂ ਨੇ ਹੁਣ ਕੰਟਰੀ ਨੂੰ ਰਿਸੈਸ਼ਨ ਤੋਂ, ਇਕਨੋਮੀ ਤੋਂ, ਹਰ ਚੀਜ਼ ਤੋਂ ਨਿਕਾਲਣਾ ਹੈ ਜੀ। ਔਰ ਕੈਨੇਡਾ ਬਾਕੀ ਮੈਂ ਜਿਸ ਤਰ੍ਹਾਂ ਮੈਂ ਕਿਸੇ ਹੋਰ ਆਪਣੇ ਜਿਸ ਤਰ੍ਹਾਂ ਮੇਰੇ ਏਜੰਟ ਹੁੰਦੇ ਨੇ ਬਾਕੀ ਕੰਟਰੀਜ਼ ਅੰਦਰ, ਇੰਡੀਆ 'ਚ ਹੈਗੇ ਨੇ, ਉਹਨਾਂ ਨਾਲ ਵੀ ਗੱਲ ਕਰ ਰਹੇ ਸੀ, ਉਹ ਵੀ ਇਹ ਕਹਿ ਰਹੇ ਨੇ ਕਿ ਜੀ ਤੁਹਾਡੇ ਕੋਲ EI ਹੈਗੀ ਹੈ, ਇੰਡੀਆ ਵਿੱਚ ਤਾਂ ਉਹ ਵੀ ਚੀਜ਼ ਨਹੀਂ ਹੈ। ਬਿਲਕੁਲ ਬਿਲਕੁਲ ਠੀਕ ਹੈ ਨਾ। ਸਾਨੂੰ ਸ਼ੁਕਰ ਮਨਾਉਣਾ ਚਾਹੀਦਾ ਹੈ ਕਿ ਕੈਨੇਡਾ ਐਸੀ ਕੰਟਰੀ ਜਿਹੜੇ ਆਪਣੇ ਹਰ ਇਨਸਾਨ ਨੂੰ, ਮਤਲਬ ਹਰ ਇਮੀਗ੍ਰੈਂਟ ਨੂੰ, ਭਾਵੇਂ ਉਹ ਕਿਸੇ ਵੀ ਕੈਟਾਗਰੀ ਤੇ ਆ, ਉਸ ਦੀ ਹੈਲਪ ਕਰ ਰਹੀ ਹੈ ਜੀ ਜੀ ਜੀ। ਇਸ ਕਰਕੇ ਸਾਨੂੰ ਇਸੇ ਦਾ ਡੈਫੀਨਿਟਲੀ ਖਿਆਲ ਰੱਖੇ ਕਿ ਇਮੀਗ੍ਰੇਸ਼ਨ ਦੀ ਜਿਹੜੀ ਪੋਸੀਬਿਲਿਟੀਜ਼ ਨੇ, ਇਹ ਨਾ ਸੋਚेंगे ਸਟ੍ਰਿਕਟ ਹੋਏਗੀ, ਸਟ੍ਰਿਕਟ ਬਿਲਕੁਲ ਨਹੀਂ ਹੋਏਗੀ ਹੈ, ਬਲਕਿ ਹੋਰ ਲੂਜ਼ਨ ਵੀ ਹੋ ਸਕਦੀ ਹੈ ਜਾਂ ਹੋਰ ਤਰੀਕੇ ਨਾਲ, ਜਿਸ ਤਰ੍ਹਾਂ ਬਾਇਓਮੈਟ੍ਰਿਕਸ ਦਾ ਜਾਂ ਮੈਡੀਕਲ ਦਾ ਕੋਈ ਵੀ ਹੈ, ਉਹਨਾਂ ਨੇ ਕਿਹਾ ਕਿ ਜੀ 30 ਦਿਨ 'ਚ ਦੇਣਾ, ਤੁਸੀਂ 30 ਦਿਨ ਨਹੀਂ, ਤੁਸੀਂ 90 ਦਿਨ ਦੇ ਦਿੱਤੇ ਉਹਨਾਂ ਨੇ, ਕਹਿੰਦੇ ਤੁਹਾਨੂੰ ਦੁਬਾਰਾ ਲੈਟਰ ਲੈਣ ਦੀ ਲੋੜ ਨਹੀਂ, 90 ਦਿਨ ਤੱਕ ਤੁਸੀਂ ਸਾਨੂੰ ਦੇ ਦਿਓ। ਉਹਨਾਂ ਨੇ ਹਰ ਚੀਜ਼ ਦੀ ਸਹੂਲਤ ਦੇ ਦਿੱਤੀ ਹੈ, ਤਾਂ ਸਾਨੂੰ ਇੰਤਜ਼ਾਰ ਕਰਨ, ਵੇਟ ਕਰਨ, ਜਿਹੜੇ ਲੋਕਾਂ ਦੀ ਪ੍ਰੋਸੈਸਿੰਗ ਚੱਲ ਰਹੀ ਹੈ ਉਹ ਵੇਟ ਕਰਨ ਜੀ।
पॉजिटिविटी है वेरी फ्रेंकली इस वक्त तो सच्ची गल कहां कि पॉजिटिविटी इज द बेस्ट ऑप्शन अगे जाके इमिग्रेशन डेफिनेटली खुलेगी और खुल के काफी अगे तक सॉल्यूशंस आਣਗੇ ही थोड़ा बहुता जिथे जिवें अफवाहां दी गल वार-वार ये आ जांदी है ना भी बहुत स्ट्रिक्ट हो जाएगा इदां हो जाएगा इस तरह हो जाएगा तो मैनू नहीं लगता कि शायद इस तरह हो क्योंकि जिवें तुसीं कह रहे हैं कि जिहड़ी साडी कंट्री है वो सारे इमिग्रेंट्स दे सिर ते ही चलदी है और बहुत सारी जिहड़ी इत्थों दी हिस्टरी आ वो इमिग्रेशन दे ने ही बनाई हुई बिल्कुल बिल्कुल सो ਅਸੀਂ ਮਾਫ ਕਰਨਾ ਤੁਹਾਡੀਆਂ ਕਾਲਸ ਨਹੀਂ ਲੈ ਸਕਦੇ ਔਰ ਸਮਾਂ ਸਾਡਾ ਜਿਹੜਾ ਉਹ ਅੱਜ ਸਮਾਪਤੀ ਵੱਲ ਵੱਧ ਗਿਆ ਹੈ ਔਰ ਵੱਧ ਕੀ ਬਿਲਕੁਲ ਚਰਮ ਸੀਮਾ ਤੇ ਹੈ ਔਰ ਸਾਡਾ ਪ੍ਰੋਗਰਾਮ ਖਤਮ ਕਰਨ ਦਾ ਸਮਾਂ ਆ ਚੁੱਕਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਨਵੇਂ ਮਹਿਮਾਨ ਨਵੇਂ ਵਿਸ਼ੇ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਦੇ ਲਈ ਸਾਨੂੰ ਇਜਾਜ਼ਤ ਦਿਓ ਬਹੁਤ ਬਹੁਤ ਸ਼ੁਕਰੀਆ ਸ਼ਬਾ ਖੈਰ The beautiful you, Jao Renu, Hair Salon and Spa. जिथे मिलेगा तुहानू लेजर हेयर रिमूवल एंड IPL फोटो फेशियल जिस दे नाल रिमूव हो सकते ने परमानेंट स्किन टैग्स एंड पिगमेंटेशन For more information, contact 204-233-3146. ਅਸੀਂ ਪਸ਼ੂ ਤੇ ਪੰਛੀ ਬੋਲ ਰਹੇ ਭਲਾ ਸੁੱਖ ਤਾਂ ਹੈ ਕਿਉਂ ਲੋਕ ਕੁੰਡੇ ਨਹੀਂ ਖੋਲ ਰਹੇ ਭਲਾ ਸੁੱਖ ਤਾਂ ਹੈ सुन्ना सुन्ना साफ साफ आसमान क्यों है चुप चपीता पै पीत इंसान क्यों है ओए अग ते पानी नहीं डोल रहे भला सुख ता है क्यों लोग कुंडे नहीं खोल रहे भला सुख ता है कोई कुत्तियां दा भी मरिया नहीं सगों होर टटीरियां वधियां ने किते साडी तां नहीं गलती कोई सानू कोसना अगलियां सदियां ने नहीं गड्डियां वाले टोल रहे भला सुख ता है असी पशु ते पंछी बोल रहे भला सुख ता है हाँ भावें असी आजाद हाँ अज पर कुछ तां खाली खाली है कोई फुल मेरा क्यों टुटिया नहीं पुछ रही हर डाली है की फुल नहीं मेरे सोल रहे भला सुख ता है असी बूटे सारे बोल रहे असी पौधे सारे बोल रहे भला सुख ता है साडी तां मंडियां दी वारी सी क्यों कर सानू सुनसान गए कोई खेत भी विरला ही आउंदा है ओए किधर सारे किसान गए